ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਹੈ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਰੇ ਰਾਮ ਜਪਹੁ ਸੁਖ ਹੋਏ, ਬਿਨ ਗੁਰ ਪ੍ਰੇਮ ਨਾ ਪਾਈਐ, ਸ਼ਬਦ ਮਿਲੈ ਰੰਗ ਹੋਏ। ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 58 ਦੇ ਉੱਪਰ ਸੁਭਾਏਮਾਨ ਹੈ। ਪਾਵਨ ਸ਼ਬਦ ਵਿੱਚ ਜੋ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਨ ਕੀਤੀ, ਜਿੱਥੇ ਗੁਰੂ ਮਹਾਰਾਜ ਜੀ ਵਿਸ਼ਰਾਮ ਦੇ ਕੇ ਸਮਝਾਉਂਦੇ ਨੇ ਕਿ ਮਨ ਰੇ ਰਾਮ ਜਪੋ ਸੁਖ ਹੋਏ। ਮਨ ਨੂੰ ਆਵਾਜ਼ ਦੇਣੀ ਹੈ ਕਿ ਹੇ ਮਨ, ਜੇ ਤੂੰ ਰਮੇ ਹੋਏ ਰਾਮ ਪਰਮੇਸ਼ਵਰ ਦਾ ਨਾਮ ਜਪੇਂਗਾ ਤਾਂ ਤੈਨੂੰ ਸੁੱਖ ਦੀ ਇਹ ਪ੍ਰਾਪਤੀ ਹੋਵੇਗੀ। ਦੁਖੀ ਕੌਣ ਹੈ? ਦੁਖੀ ਸਾਡਾ ਮਨ ਹੈ। ਪਰੇਸ਼ਾਨੀਆਂ ਕਿੱਥੇ ਨੇ? ਮਨ ਵਿੱਚ। ਚਿੰਤਾਵਾਂ ਕਿੱਥੇ ਨੇ? ਮਨ ਵਿੱਚ। ਬੇਚੈਨੀ ਕਿੱਥੇ ਹੈ? ਮਨ ਦੇ ਵਿੱਚ। ਡਰ ਕਿੱਥੇ ਹੈ? ਮਨ ਦੇ ਵਿੱਚ। ਘਬਰਾਹਟ ਕਿੱਥੇ ਹੁੰਦੀ ਹੈ? ਮਨ ਦੇ ਵਿੱਚ। ਇਹ ਸਾਰਾ ਕੁਝ ਹੀ ਮਨ ਤੋਂ ਹੀ ਉਤਪੰਨ ਹੁੰਦਾ ਹੈ। ਇਸ ਲਈ ਸਭ ਕਹਿੰਦੇ ਮਨ, ਤੇਰਾ ਨਾਮ ਜਪਣਾ ਜਿਹੜਾ ਹੈ ਉਹ ਜ਼ਰੂਰੀ ਹੈ। ਸਰੀਰ ਕਰਕੇ ਇਹ ਰਸਨਾ ਜਿਹੜੀ ਹੈ ਇਹ ਨਾਮ ਜਪ ਤਾਂ ਰਹੀ ਹੈ, ਪਰ ਬਾਹਰੋਂ ਮੁਖ ਤੋਂ ਹੀ ਨਾਮ ਜਪਿਆ ਜਾ ਰਿਹਾ ਹੈ, ਮਨ ਨਹੀਂ ਜਪ ਰਿਹਾ। ਇਹ ਕਾਰਨ ਕਰਕੇ ਹੀ ਅਸੀਂ ਬਾਣੀ ਬਹੁਤ ਪੜ੍ਹ ਰਹੇ ਹਾਂ, ਇਸ ਮੁਖ ਤੋਂ ਬੜੀ ਬਾਣੀ ਦਾ ਜਾਪ ਕਰ ਰਹੇ ਹਾਂ, ਪਰ ਮਨ ਜਿਹੜਾ ਉਹ ਫਿਰ ਦੁਖੀ ਦਾ ਦੁਖੀ। ਮਨ ਵਿੱਚ ਫਿਰ ਚਿੰਤਾਵਾਂ, ਪਰੇਸ਼ਾਨੀਆਂ। ਉਹਦਾ ਕਾਰਨ ਹੀ ਇਹ ਹੈ ਕਿ ਮੁਖ ਨੇ ਤਾਂ ਜਪ ਲਿਆ ਪਰ ਮਨ ਨੇ ਨਹੀਂ ਜਪਿਆ। ਤੇ ਬੜੀ ਵਾਰ ਆਪ ਜੀ ਦੇ ਨਾਲ ਇਹ ਸਾਂਝ ਪਾਈ ਹੈ ਕਿ ਜੇ ਖੱਬੇ ਹੱਥ ਵਿੱਚ ਜ਼ਖਮ ਹੋਇਆ ਤੇ ਮੈਂ ਸੱਜੇ ਹੱਥ ਤੇ ਮੱਲਮ ਪੱਟੀ ਕਰਾਂ, ਆਰਾਮ ਨਹੀਂ ਆਏਗਾ। ਜਿੱਥੇ ਜ਼ਖਮ ਹੈ ਮੱਲਮ ਉੱਥੇ ਹੀ ਲਗਾਉਣੀ ਪੈਣੀ ਹੈ। ਇਸੇ ਤਰ੍ਹਾਂ ਦੁਖੀ ਮਨ ਹੈ, ਪਰੇਸ਼ਾਨ ਮਨ ਹੈ, ਪਰ ਅਸੀਂ ਜਪ ਮੁਖ ਕਰਕੇ ਰਹੇ ਹਾਂ, ਸਰੀਰ ਕਰਕੇ। ਤੇ ਕਈ ਵਾਰ ਕਈਆਂ ਕੋਲੋਂ ਸੁਣਿਆ ਕਿ ਅਸੀਂ ਪਾਠ ਬਹੁਤ ਕਰਦੇ ਹਾਂ, ਬਾਣੀ ਬੜੀ ਪੜ੍ਹਦੇ ਹਾਂ, ਪਰ ਮਨ ਵਿੱਚ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਦੂਰ ਨਹੀਂ ਹੁੰਦੀਆਂ।
ਅਸੀਂ ਫਿਰ ਦੁਖੀ ਦਾ ਦੁਖੀ ਹੀ ਰਹਿੰਦੇ ਹਾਂ। ਜਿਹੜਾ ਅਸੀਂ ਸੱਚਾ ਨਾਮ ਜਪ ਰਹੇ ਹਾਂ ਸੱਚੀ ਬਾਣੀ ਦੇ ਰਾਹੀਂ, ਉਹਦੇ ਵਿੱਚ ਕੋਈ ਕਮੀ ਨਹੀਂ ਹੈ। ਇਹ ਸੱਚਾ ਨਾਮ ਜਿਹੜਾ ਹੈ ਸਾਡੇ ਦੁੱਖ ਨੂੰ ਕੱਟਣ ਵਾਲਾ ਹੈ, ਪਰ ਇਹ ਨਾਮ ਜਪ ਕੇ ਵੀ ਦੁੱਖ ਨਾ ਕੱਟਿਆ ਗਿਆ, ਇਹਦਾ ਮਤਲਬ ਕਮੀ ਸਾਡੇ ਵਿੱਚ ਹੈ ਕਿ ਅਸੀਂ ਤਨ ਕਰਕੇ ਤਾਂ ਜੁੜੇ ਹਾਂ ਪਰ ਮਨ ਕਰਕੇ ਨਹੀਂ ਜੁੜੇ। ਸਭ ਕਹਿੰਦੇ ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਪਰਮੇਸ਼ਵਰ ਦਾ ਨਾਮ ਦੁੱਖ ਨੂੰ ਭੰਜਣ ਵਾਸਤੇ ਹੈ। ਅੰਦਰ ਦੀਆਂ ਚਿੰਤਾਵਾਂ ਸਾਰੀਆਂ ਬਾਹਰ ਆ ਜਾਣਗੀਆਂ ਜਿੱਦਣ ਬਾਣੀ ਅੰਦਰ ਜਾਏਗੀ। ਜੇ ਬਾਣੀ ਅੰਦਰ ਗਈ ਨਹੀਂ ਤੇ ਚਿੰਤਾਵਾਂ ਬਾਹਰ ਕਿਵੇਂ ਆਉਣਗੀਆਂ? ਸਭ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਪਰ ਬਾਣੀ ਆਈ ਨਹੀਂ ਸਾਡੇ ਹਿਰਦੇ ਵਿੱਚ, ਸਾਡੇ ਮਾਨਸਿਕ ਮੰਡਲ ਵਿੱਚ। ਬਾਣੀ ਆਈ ਜ਼ਰੂਰ ਹੈ ਪਰ ਸਾਡੀਆਂ ਅੱਖਾਂ ਤੱਕ, ਕੰਨਾਂ ਤੱਕ, ਜ਼ੁਬਾਨ ਤੱਕ। ਪਰ ਜਿਸ ਦਿਨ ਬਾਣੀ ਸਾਡੇ ਮਨ ਵਿੱਚ ਆ ਜਾਏਗੀ, ਮਨ ਦੇ ਭਾਂਡੇ ਵਿੱਚ ਬਾਣੀ ਆ ਜਾਏਗੀ, ਉਸ ਦਿਨ ਦੁੱਖ ਬਾਹਰ ਆ ਜਾਣਗੇ, ਉਸ ਦਿਨ ਇਹ ਚਿੰਤਾਵਾਂ ਬਾਹਰ ਆ ਜਾਣਗੀਆਂ। ਤਾਈਂ ਤੇ ਸਾਹਿਬ ਜੀ ਨੇ ਆਖਿਆ ਸੀ, ਫਿਰ ਤੂੰ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜ। ਜਿਹੜਾ ਤੈਨੂੰ ਗੁਰੂ ਨੇ ਮੰਤਰ ਦਿੱਤਾ, ਮੰਤਰ ਕੀ ਹੈ? ਇਹ ਸੱਚੀ ਬਾਣੀ, ਇਹ ਨਾਮ। ਜਦੋਂ ਇਹ ਤੂੰ ਅੰਦਰ ਦ੍ਰਿੜ ਕਰ ਲਵੇਂਗਾ, ਫਿਰ ਤੂੰ ਉੱਠਦਿਆਂ ਜਾਗਦਿਆਂ ਅਚਿੰਤ ਰਹੇਗਾ, ਕੋਈ ਚਿੰਤਾ ਤੈਨੂੰ ਸਤਾਏਗੀ ਨਹੀਂ। ਇਸ ਲਈ ਮਨ ਨੂੰ ਹੀ ਆਵਾਜ਼ ਦਿੱਤੀ ਗਈ ਹੈ, ਕਿਉਂਕਿ ਜਿਹੜਾ ਦੁਖੀ ਹੈ ਆਵਾਜ਼ ਵੀ ਉਹਨੂੰ ਹੀ ਦੇਣੀ ਹੈ। ਜੇ ਕੋਈ ਮਰੀਜ਼ ਹੈ ਤਾਂ ਡਾਕਟਰ ਨੇ ਆਵਾਜ਼ ਮਰੀਜ਼ ਨੂੰ ਹੀ ਦੇਣੀ ਹੈ। ਇਸ ਲਈ ਮਨ ਦੁਖੀ ਹੈ ਤੇ ਮਨ ਨੂੰ ਆਵਾਜ਼ ਦਿੱਤੀ ਹੈ ਵੀ ਮਨਾ, ਤੂੰ ਪਰਮੇਸ਼ਵਰ ਦਾ ਸੱਚਾ ਨਾਮ ਜਪਿਆ ਕਰ। ਜਪਣ ਨਾਲ ਹੀ ਸੁੱਖ ਮਿਲਣਾ ਹੈ, ਹੋਰ ਕੋਈ ਤਰੀਕਾ ਵੀ ਨਹੀਂ, ਹੋਰ ਕੋਈ ਦੂਸਰੀ ਜੁਗਤੀ ਵੀ ਨਹੀਂ ਵੀ ਚਲੋ ਆਪਾਂ ਨਾਮ ਨਹੀਂ ਜਪਣਾ ਤੇ ਕੋਈ ਹੋਰ ਤਰੀਕਾ ਅਪਣਾ ਲਈਏ। ਸਭ ਕਹਿੰਦੇ ਹੋਰ ਕੋਈ ਦੂਜਾ ਤਰੀਕਾ ਹੈ ਹੀ ਨਹੀਂ, ਕਿਉਂਕਿ ਸੁਖਦਾਈ ਕੇਵਲ ਤੇ ਕੇਵਲ ਨਾਮ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾ ਮਲ ਉਦਰਿਓ, ਗਣਕਾ ਹੂੰ ਗਤ ਪਾਈ। ਸਾਹਿਬ ਜੀ ਨੇ ਆਵਾਜ਼ ਦਿੱਤੀ, ਆਪਾਂ ਬਾਣੀ ਜਦੋਂ ਪਾਠ ਕਰਨਾ, ਅਸੀਂ ਵੀ ਆਪਣੇ ਮਨ ਨੂੰ ਆਵਾਜ਼, ਇਹ ਨਹੀਂ ਵੀ ਗੁਰੂ ਸਾਹਿਬ ਆਪਣੇ ਮਨ ਨੂੰ ਆਵਾਜ਼ ਦੇ ਰਹੇ ਆ, ਇਹ ਤਾਂ ਸਾਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਵੀ ਤੁਸੀਂ ਆਪਣੇ ਆਪਣੇ ਮਨ ਨੂੰ ਆਵਾਜ਼ ਦੇ ਕੇ ਕਹੋ, ਮਨ ਰੇ ਰਾਮ ਜਪੋ ਸੁਖ ਹੋਏ। ਹੇ ਮਨ, ਜੇ ਤੂੰ ਨਾਮ ਜਪੇਂਗਾ ਤਾਂ ਸੁਖ ਮਿਲੇਗਾ। ਨਾਮ ਜਪਣ ਦੇ ਨਾਲ ਤੇਰਾ ਪਰਮੇਸ਼ਵਰ ਦੇ ਨਾਲ ਪ੍ਰੇਮ ਬਣੇਗਾ। ਉਸ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਜਦੋਂ ਤੂੰ ਜਪੇਂਗਾ ਤਾਂ ਤੇਰੇ ਅੰਦਰ ਆਨੰਦ, ਤੇਰੇ ਅੰਦਰ ਖੁਸ਼ੀਆਂ ਬਣਨਗੀਆਂ। ਪਰ ਹੁਣ ਮਨ ਜਪੇ ਕਿਵੇਂ? ਮਨ ਦਾ ਪ੍ਰੇਮ ਪਰਮੇਸ਼ਵਰ ਵਾਹਿਗੁਰੂ ਜੀ ਨਾਲ ਬਣੇ ਕਿਵੇਂ? ਅੰਦਰ ਖੁਸ਼ੀਆਂ ਆਉਣ ਕਿਵੇਂ? ਸਭ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਗੱਲ ਬਣਨੀ। ਇਸੇ ਲਈ ਸਾਨੂੰ ਇਹ ਸ਼ਬਦ ਗੁਰੂ ਦੀ ਦੇਣ ਮਾਲਕ ਨੇ ਦਿੱਤੀ ਹੈ ਕਿ ਤੁਸੀਂ ਸ਼ਬਦ ਗੁਰੂ ਦੇ ਲੜ ਲੱਗੋ, ਸ਼ਬਦ ਗੁਰੂ ਦੇ ਚਰਨਾਂ ਵਿੱਚ ਜੁੜੋ, ਸ਼ਬਦ ਗੁਰੂ ਦਾ ਆਸਰਾ ਲਓ, ਕਿਉਂਕਿ ਗੁਰੂ ਦੇ ਰਾਹੀਂ ਹੀ ਪਰਮੇਸ਼ਵਰ ਦੇ ਨਾਮ ਨਾਲ ਪ੍ਰੇਮ ਬਣਨਾ ਹੈ। ਜਿੱਥੇ ਗੁਰੂ ਸਾਹਿਬ ਨੇ ਮਨ ਨੂੰ ਆਵਾਜ਼ ਦਿੱਤੀ ਵੀ ਨਾਮ ਜਪੋ ਸੁਖ ਹੋਏ, ਉੱਥੇ ਸਭ ਕਹਿੰਦੇ ਬਿਨ ਗੁਰ ਪ੍ਰੇਮ ਨਾ ਪਾਈਐ। ਗੁਰੂ ਤੋਂ ਬਿਨਾਂ ਪ੍ਰੇਮ ਨਹੀਂ ਮਿਲਣਾ। ਪਰਮੇਸ਼ਵਰ ਦੇ ਨਾਮ ਦੇ ਨਾਲ ਜਿਹੜੀ ਪ੍ਰੀਤ ਬਣਨੀ ਹੈ ਉਹ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਬਣਨੀ, ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਬਣਨੀ। ਬਿਨ ਗੁਰ ਪ੍ਰੇਮ ਨਾ ਪਾਈਐ
ਸ਼ਬਦ ਮਿਲੈ ਰੰਗ ਹੋਏ। ਤੇ ਜਦੋਂ ਗੁਰੂ ਦੇ ਰਾਹੀਂ ਸ਼ਬਦ ਨਾਲ ਜੁੜਿਆਂ ਸਾਡੇ ਅੰਦਰ ਸੱਚੀ ਪ੍ਰੀਤ ਬਣ ਆਏਗੀ, ਸਾਡੇ ਅੰਦਰ ਪ੍ਰੇਮ ਬਣ ਆਏਗਾ, ਤੇ ਮਹਾਰਾਜ ਜੀ ਕਹਿੰਦੇ ਫਿਰ ਇਹਦੇ ਨਾਲ ਰੰਗ ਹੋਏ। ਇੱਥੇ ਰੰਗ ਦਾ ਅਰਥ ਖੁਸ਼ੀਆਂ ਹੈ। ਇੱਥੇ ਰੰਗ ਦਾ ਅਰਥ ਹੈ ਆਨੰਦ, ਖੁਸ਼ੀਆਂ, ਖੇੜਾ। ਤੇਰੇ ਜੀਵਨ ਦੇ ਅੰਦਰ ਤੈਨੂੰ ਖੁਸ਼ੀਆਂ ਤਾਂ ਪ੍ਰਾਪਤ ਹੋਣੀਆਂ ਨੇ, ਤੇਰੇ ਜੀਵਨ ਵਿੱਚ ਆਨੰਦ, ਖੇੜਾ ਤਾਂ ਬਣਨਾ ਹੈ। ਗੁਰੂ ਤੋਂ ਬਿਨਾਂ ਪ੍ਰੇਮ ਨਹੀਂ, ਇਸ ਲਈ ਸ਼ਬਦ ਹੀ ਗੁਰੂ ਹੈ। ਤੇ ਸ਼ਬਦ ਗੁਰੂ ਦੇ ਵਿੱਚ ਆ ਕੇ ਜਦੋਂ ਤੂੰ ਮਿਲੇਗਾ, ਸ਼ਬਦ ਮਿਲੇ, ਸ਼ਬਦ ਦੇ ਦੁਆਰਾ ਤੇਰੇ ਜੀਵਨ ਵਿੱਚ ਪ੍ਰੇਮ ਦੀ ਅਵਸਥਾ ਬਣੇਗੀ ਤੇ ਰੰਗ ਹੋਏ, ਤਾਂ ਤੇਰੇ ਜੀਵਨ ਵਿੱਚ ਖੁਸ਼ੀਆਂ ਨੇ। ਖੁਸ਼ੀਆਂ ਵਾਲਾ ਸ਼ਬਦ ਇੱਕ ਆਪਾਂ ਪੜ੍ਹਦੇ ਹਾਂ, ਪਰ ਉਹਦੇ ਵਿੱਚ ਵੀ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਨਦਰ ਕਰਨਗੇ ਜਦੋਂ ਤੂੰ ਇੱਕ ਨਿਮਖ ਮਾਤਰ ਵੀ ਅੰਦਰ ਜਪ ਲਵੇਂ। ਬਾਹਰੋਂ ਜਪਣਾ ਸਾਡਾ ਬਹੁਤ ਹੈ, ਕੋਈ ਉਹਦੇ ਵਿੱਚ ਸ਼ੱਕ ਨਹੀਂ, ਦੋ ਰਾਵਾਂ ਨਹੀਂ। ਅਸੀਂ ਦਿਨ ਰਾਤ ਜਪ ਰਹੇ ਹਾਂ ਬਾਹਰੋਂ, ਪਰ ਸਾਹਿਬ ਕਹਿੰਦੇ ਨਿਮਖ ਮਾਤਰ ਵੀ ਤੂੰ ਜੇ ਅੰਦਰੋਂ ਜਪ ਲਵੇਂ ਨਾ, ਤੇ ਇੱਕ ਨਿਮਖ ਮਾਤਰ ਜਪਿਆ ਹੋਇਆ ਵੀ ਤੈਨੂੰ ਪਤਾ ਨਹੀਂ ਕਿੰਨੀਆਂ ਖੁਸ਼ੀਆਂ ਦੇ ਜਾਏਗਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਹਿਲਾਂ ਤਾਂ ਸ਼ਰਤ ਇਹ ਹੈ ਵੀ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰੂ ਦੀ ਤੇਰੇ ਤੇ ਨਦਰ ਹੋਵੇ, ਕਿਉਂਕਿ ਸਾਹਿਬ ਕਹਿੰਦੇ ਬਿਨ ਗੁਰ ਪ੍ਰੇਮ ਨਾ ਪਾਈਐ। ਇਸ ਲਈ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਪਹਿਲਾਂ ਮਨ ਹੈ, ਫਿਰ ਤਨ ਹੈ। ਮਨ ਵਿੱਚ ਸ਼ੀਤਲਤਾ ਆਏਗੀ ਤੇ ਤਨ ਵਿੱਚ ਵੀ ਆ ਜਾਏਗੀ। ਇਸ ਲਈ ਸਾਹਿਬ ਕਹਿੰਦੇ ਜੇ ਖੁਸ਼ੀਆਂ, ਖੇੜਾ, ਆਨੰਦ ਵਾਲਾ ਰੰਗ ਤੂੰ ਆਪਣੇ ਜੀਵਨ ਵਿੱਚ ਬਣਾਉਣਾ ਹੈ, ਤਾਂ ਹੇ ਮਨ ਤੂੰ ਰਮੇ ਹੋਏ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਤੇ ਗੁਰਬਾਣੀ ਵਿੱਚ ਸੱਚੇ ਨਾਮ ਨੂੰ ਜਪਣ ਦਾ ਹੀ ਹੋਕਾ ਬਾਰ-ਬਾਰ ਦਿੱਤਾ ਗਿਆ ਕਿ ਤੁਸੀਂ ਪਰਮੇਸ਼ਵਰ ਦਾ ਨਾਮ ਜਿਹੜਾ ਇਹ ਜਪਣਾ ਹੈ। ਭਾਵੇਂ ਇਹਨੂੰ ਤੁਸੀਂ ਪਾਠ ਦੇ ਰੂਪ ਵਿੱਚ ਜਪੋ, ਤੇ ਭਾਵੇਂ ਇਹਨੂੰ ਤੁਸੀਂ ਕੀਰਤਨ ਦੇ ਰੂਪ ਵਿੱਚ ਜਪੋ। ਪਰਮੇਸ਼ਵਰ ਦਾ ਨਾਮ ਹੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਆਨੰਦ, ਖੇੜਾ ਜਿਹੜਾ ਹੈ ਇਹ ਬਣਾਵੇਗਾ। ਬਿਨ ਪਿਰ ਧਨ ਸ਼ਿੰਗਾਰੀਐ, ਜੋਬਨ ਬਾਦ ਖੁਆਰ। ਨਾ ਮਾਣੇ ਸੁਖ ਸੇਜੜੀ, ਬਿਨ ਪਿਰ ਬਾਦ ਸ਼ਿੰਗਾਰ। ਦੁਖ ਕਣੋ ਦੁਹਾਗਣੀ, ਨਾ ਘਰ ਸੇਜ ਪਤਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੇ ਰਾਹੀਂ ਫਿਰ ਦੁਹਾਗਣ ਤੇ ਸੁਹਾਗਣ ਦਾ ਜ਼ਿਕਰ ਕਰਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹਦਾ ਜੀਵਨ ਦੁਹਾਗਣੀ ਹੈ, ਅੰਦਰ ਅਵਗੁਣਾਂ ਨਾਲ ਭਰਿਆ ਪਿਆ ਹੈ, ਤੇ ਉਹ ਬਾਹਰੋਂ ਆਪਣੇ ਪਿਰ ਪਿਆਰੇ ਦੇ ਨਾਮ ਦਾ ਸ਼ਿੰਗਾਰ ਕਰੇ। ਤੇ ਸ਼ਿੰਗਾਰ ਤਾਂ ਉਹਨੇ ਕਰ ਲਿਆ, ਪਰ ਪਿਆਰੇ ਦਾ ਮਿਲਾਪ ਨਹੀਂ ਹੋਇਆ, ਪਿਆਰੇ ਦੇ ਚਰਨਾਂ ਵਿੱਚ ਜੁੜਨਾ ਨਹੀਂ ਹੋਇਆ, ਤੇ ਫਿਰ ਉਹਦਾ ਕੀਤਾ ਹੋਇਆ ਸ਼ਿੰਗਾਰ ਬੇਅਰਥ ਚਲਾ ਗਿਆ। ਤੇ ਅਕਸਰ ਸ਼ਿੰਗਾਰ ਜਿਹੜਾ ਹੈ ਉਹ ਜੋਬਨ ਵਿੱਚ ਵੱਧ ਹੁੰਦਾ ਹੈ। ਜਦੋਂ ਜੋਬਨ ਵਾਲਾ ਸਮਾਂ ਲੰਘ ਜਾਏ ਤੇ ਬੁਢੇਪਾ ਆ ਜਾਏ, ਤੇ ਉਸ ਵੇਲੇ ਬੰਦਾ ਸ਼ਿੰਗਾਰ ਕਰੇ, ਤੇ ਫਿਰ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਲਓ ਸਾਰੀ ਜ਼ਿੰਦਗੀ ਲੰਘ ਗਈ, ਬੁਢੇਪਾ ਆ ਗਿਆ, ਹੁਣ ਇਹਨੂੰ ਸ਼ਿੰਗਾਰ ਚੇਤੇ ਆਇਆ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਨ ਪਿਰ ਪਤੀ ਧਨ ਇਸਤਰੀ, ਵੀ ਜਿਹੜੀ ਇਸਤਰੀ ਹੈ ਉਹਨੇ ਪਿਰ ਪਤੀ ਤੋਂ ਬਿਨਾਂ ਸ਼ਿੰਗਾਰੀ ਹੈ, ਸ਼ਿੰਗਾਰ ਕੀਤਾ, ਜੋਬਨ ਬਾਦ ਖੁਆਰ। ਉਹਨੇ ਆਪਣਾ ਜੋਬਨ ਜਿਹੜਾ ਸੀ ਬੇਅਰਥ ਖੁਆਰ ਹੀ ਕਰ ਲਿਆ, ਕਿਉਂਕਿ ਸ਼ਿੰਗਾਰ ਜਿਹਦੇ ਲਈ ਕੀਤਾ ਸੀ ਉਹ ਤੇ ਹੈ ਹੀ ਕੋਈ ਨਹੀਂ। ਜਾਂ ਇਹਦਾ ਅਰਥ ਆਪਾਂ ਇੱਦਾਂ ਸਮਝ ਲਈਏ, ਇਹ ਸ਼ਿੰਗਾਰ ਦਾ ਮਤਲਬ ਹੁੰਦਾ ਧਰਮ ਦੇ ਕਰਮ,
ਵੀ ਜਿੰਨੇ ਅਸੀਂ ਬਾਹਰੋਂ ਸਰੀਰ ਕਰਕੇ ਧਰਮ ਦੇ ਕਰਮ ਕਰ ਰਹੇ ਹਾਂ, ਪਰ ਅੰਦਰ ਪਰਮੇਸ਼ਵਰ ਪ੍ਰਤੀ ਪਿਆਰ ਹੈ ਹੀ ਨਹੀਂ ਅੰਦਰ, ਜਾਂ ਇਹਨਾਂ ਧਰਮ ਦੇ ਕਰਮ ਵਿੱਚ ਪਰਮੇਸ਼ਵਰ ਦਾ ਨਾਮ ਹੈ ਹੀ ਨਹੀਂ ਹੈ, ਤੇ ਫਿਰ ਇਹ ਸ਼ਿੰਗਾਰ ਕੀਤੇ ਹੋਏ ਬੇਅਰਥ ਨੇ। ਇੱਕ ਨਹੀਂ, ਹਜ਼ਾਰਾਂ ਹੀ ਧਰਮ ਦੇ ਕਰਮ ਅਸੀਂ ਕਰ ਰਹੇ ਹਾਂ, ਪਰ ਉਹ ਕਰਮ ਕਰ ਰਹੇ ਹਾਂ ਜਿਹਦੇ ਵਿੱਚ ਪਰਮੇਸ਼ਵਰ ਨਹੀਂ, ਪਤੀ ਪਿਆਰਾ ਨਹੀਂ, ਤਾਂ ਸਭ ਕਹਿੰਦੇ ਇਹ ਤੇਰੇ ਸਾਰੇ ਕੀਤੇ ਹੋਏ ਹਾਰ ਸ਼ਿੰਗਾਰ ਜਿਹੜੇ ਨੇ ਇਹ ਬੇਅਰਥ ਨੇ, ਕਿਸੇ ਕੰਮ ਨਹੀਂ ਆਉਣੇ। ਜੇ ਅੰਦਰ ਤੇਰੇ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਦੁਹਾਗਣੀ ਦਾ ਮਤਲਬ ਹੀ ਹੈ ਵੀ ਦੋ ਅਵਸਥਾਵਾਂ ਵਾਲੀ, ਬਾਹਰੋਂ ਕੁਛ ਤੇ ਅੰਦਰੋਂ ਕੁਛ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਦ ਦੋਏ, ਦੋ ਭਾਵਨਾ ਰੱਖਣ ਵਾਲੀ। ਭਾਦ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਲੱਖਾਂ ਸ਼ਿੰਗਾਰ ਕੀਤੇ ਹੋਵਣ, ਮਹਾਰਾਜ ਕਹਿੰਦੇ ਜਿਹੜਾ ਕਾਰਜ ਰਾਸ ਹੋਣਾ ਉਹ ਨਹੀਂ ਹੋਣਾ, ਉਹ ਅਧੂਰੇ ਦਾ ਅਧੂਰਾ ਹੀ ਰਹਿ ਜਾਣਾ ਹੈ। ਇਸ ਵਾਸਤੇ ਜੋ ਅਸੀਂ, ਸਾਨੂੰ ਨਾਮ ਜਪਣ ਲਈ ਕਿਉਂ ਆਖਿਆ? ਕਿਉਂਕਿ ਨਾਮ ਜਪਣ ਵਿੱਚ ਪਰਮੇਸ਼ਵਰ ਦੀ ਯਾਦ ਅੰਦਰ ਬਣਦੀ ਹੈ, ਪਿਆਰੇ ਪ੍ਰਭੂ ਦੇ ਮਿਲਾਪ ਦੀ ਅੰਦਰ ਤੜਪ ਪੈਦਾ ਹੁੰਦੀ, ਸੱਚਾ ਨੇਹੋਂ ਪੈਦਾ ਹੁੰਦਾ ਹੈ, ਸੱਚੀ ਪ੍ਰੀਤ ਪੈਦਾ ਹੁੰਦੀ ਹੈ ਪਰਮੇਸ਼ਵਰ ਦੇ ਨਾਲ। ਤੇ ਜਿਹੜੇ ਅਸੀਂ ਬਾਹਰੋਂ ਧਰਮ ਦੇ ਕਰਮ ਕਰ ਰਹੇ ਹਾਂ, ਇਹ ਪਰਮੇਸ਼ਵਰ ਨਾਲ ਘੱਟ ਤੇ ਸਾਨੂੰ ਦੁਨੀਆ ਦੇ ਨਾਲ, ਸੰਸਾਰ ਦੇ ਨਾਲ ਜ਼ਿਆਦਾ ਜੋੜਦਾ ਹੈ। ਹਜ਼ਾਰਾਂ ਹੀ ਕਰਮ ਨੇ। ਜਦੋਂ ਅਸੀਂ ਹਾਰ ਥੱਕ ਕੇ ਆਵਾਂਗੇ, ਜਦੋਂ ਇਹ ਗੱਲ ਸਮਝ ਆਏਗੀ, ਤੇ ਉਦੋਂ ਅਸੀਂ ਆ ਕੇ ਇਹ ਕਬੂਲ ਕਰਾਂਗੇ ਕਿ ਵਾਹਿਗੁਰੂ ਜੀ, ਮੈਂ ਕੀਏ ਕਰਮ ਅਨੇਕਾਂ, ਮੈਂ ਅਨੇਕਾਂ ਕਰਮ ਕੀਤੇ ਨੇ, ਪਰ ਅਨੇਕਾਂ ਕਰਮਾਂ ਦੇ ਵਿੱਚ ਵੀ ਮੈਨੂੰ ਇੱਕ ਉਹ ਫਲ ਨਹੀਂ ਮਿਲਿਆ ਜਿਹੜਾ ਮੇਰੇ ਮਨ ਨੂੰ ਸੁੱਖ ਦੇ ਜਾਵੇ, ਜਿਹੜਾ ਮੇਰੇ ਅੰਦਰ ਖੁਸ਼ੀਆਂ ਦਾ ਰੰਗ ਜਿਹੜਾ ਉਹ ਬਣਾ ਜਾਵੇ। ਅਨੇਕਾਂ ਕਰਮ ਕੀਤੇ ਨੇ, ਪਰ ਹੁਣ ਸਮਝ ਆਈ ਤਾਂ ਹਾਰ ਪਰਿਓ, ਸੁਆਮੀ ਕੇ ਦੁਆਰੇ ਮੈਂ ਦੀਜੈ ਬੁੱਧ ਬਵੇਕਾ। ਮੈਨੂੰ ਬਵੇਕ ਬੁੱਧੀ ਦਿਓ ਤਾਂ ਕਿ ਮੈਂ ਇਸ ਢੰਗ ਨਾਲ ਸ਼ਿੰਗਾਰ ਕਰਾਂ ਜਿਹਦੇ ਨਾਲ ਮੇਰੇ ਪਿਆਰੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦੀ ਖੁਸ਼ੀ ਮੈਨੂੰ ਮਿਲ ਜਾਏ। ਸਿੱਧੇ ਜੇ ਲਫ਼ਜ਼ਾਂ ਵਿੱਚ ਕਿ ਜਿਹੜੇ ਅਸੀਂ ਧਰਮ ਦੇ ਨਾਮ ਤੇ ਕਰਮ ਕਰ ਰਹੇ ਹਾਂ, ਉਹਦੇ ਵਿੱਚ ਜੇ ਪਿਆਰੇ ਦੀ ਯਾਦ ਹੀ ਨਹੀਂ ਅੰਦਰ ਬਣਦੀ, ਤੇ ਉਹ ਕੀਤਾ ਹੋਇਆ ਸ਼ਿੰਗਾਰ ਸਾਡਾ ਬੇਅਰਥ ਹੈ, ਕਿਸੇ ਕੰਮ ਦਾ ਨਹੀਂ। ਬਿਨ ਪਿਰ ਧਨ ਸ਼ਿੰਗਾਰੀਐ, ਜਿਵੇਂ ਇੱਕ ਇਸਤਰੀ ਪਿਰ ਪਤੀ ਤੋਂ ਬਿਨਾ ਸ਼ਿੰਗਾਰ ਕਰਦੀ ਹੈ, ਜੋਬਨ ਬਾਦ ਖੁਵਾਰ, ਉਹਦਾ ਸਾਰਾ ਜੋਬਨ ਬੇਅਰਥ ਚਲਾ ਜਾਂਦਾ ਹੈ, ਖੁਵਾਰੀ ਹੀ ਉਹਦੇ ਪੱਲੇ ਪੈਂਦੀ ਹੈ, ਹੋਰ ਕੁਛ ਨਹੀਂ ਹੁੰਦਾ। ਕਿਉਂ? ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ। ਕਹਿੰਦੇ ਉਹਨੇ ਆਪਣੇ ਪਿਆਰੇ ਦੀ ਸੇਜਾਂ ਨੂੰ ਮਾਣਿਆ ਹੀ ਨਹੀਂ, ਤੇ ਪਤੀ ਤੋਂ ਬਿਨਾ ਸ਼ਿੰਗਾਰ ਜਿਹੜਾ ਸੀ ਉਹ ਬੇਅਰਥ ਚਲਾ ਗਿਆ, ਕਿਸੇ ਕੰਮ ਵੀ ਨਹੀਂ ਆਇਆ। ਉਹ ਕਰਮ ਜਿਹੜਾ ਅਸੀਂ ਧਰਮ ਦੇ ਨਾਮ ਤੇ ਕਰ ਰਹੇ ਹਾਂ, ਉਹ ਕਿਤੇ ਪਾਖੰਡ ਨਾ ਬਣ ਜਾਏ। ਜੇ ਉਹ ਕੀਤਾ ਹੋਇਆ ਪਾਖੰਡ ਹੈ, ਭਾਵ ਬਾਹਰੋਂ ਅਸੀਂ ਧਰਮ ਦੇ ਨਾਮ ਤੇ ਕਰਮ ਕਰ ਰਹੇ ਹਾਂ, ਪਰ ਅੰਦਰ ਕਿਸੇ ਹੋਰ ਦੀ ਯਾਦ ਵਿੱਚ ਜੁੜੇ ਹਾਂ। ਜਦੋਂ ਅੰਦਰੋਂ ਕਿਸੇ ਹੋਰ ਦੀ ਯਾਦ ਵਿੱਚ ਜੁੜੇ ਹਾਂ, ਤੇ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ। ਫਿਰ ਉਹਨੂੰ ਕਹਿਣ ਲੱਗੇ ਨੇ, ਧਿਆਨ ਰੱਖਿਓ ਇਹਨਾਂ ਜਮ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣ ਦੇਣਾ। ਜਿਹੜੇ ਧਰਮ ਦੇ ਨਾਮ ਤੇ ਪਾਖੰਡ, ਪਾਖੰਡ ਦਾ ਅਰਥ ਦੂਜਾ ਹੈ ਦੁਹਾਗਣੀ, ਵੀ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਬਾਹਰੋਂ ਸ਼ਿੰਗਾਰ ਸ਼ੁਭ ਗੁਣਾ ਵਾਲਾ ਤੇ ਅੰਦਰ ਅਵਗਣ ਭਰੇ ਪਏ ਆ। ਬਾਹਰੋਂ ਸ਼ਿੰਗਾਰ ਵਿੱਚ ਸੁਗੰਧੀਆਂ ਨੇ ਜਿਹੜੀਆਂ ਛਿੜਕਾ ਕੀਤਾ ਹੋਇਆ, ਇਤਰ ਦਾ ਛਿੜਕਾ ਕੀਤਾ ਹੋਇਆ, ਪਰ ਅੰਦਰ ਅੰਦਰ ਦੁਰਗੰਧ ਭਰੀ ਪਈ ਹੈ। ਬਾਹਰੋਂ ਸ਼ਿੰਗਾਰ ਕੀਤਾ ਗੁਰਮੁਖਾਂ ਵਾਲਾ, ਪਰ ਅੰਦਰ ਅੰਦਰ ਅਵਸਥਾ ਮਨਮੁਖ ਵਾਲੀ ਹੈ। ਇਸ ਲਈ ਸਭ ਕਹਿੰਦੇ ਉਹਦਾ ਕੀਤਾ ਹੋਇਆ ਸ਼ਿੰਗਾਰ ਬੇਅਰਥ, ਉਹਦਾ ਜੋਬਨ ਵੀ ਬੇਅਰਥ ਚਲਾ ਜਾਂਦਾ ਹੈ,
ਜਿਹਦੀ ਯਾਦ ਵਿੱਚ ਪਤੀ ਪਰਮੇਸ਼ਵਰ ਨਹੀਂ ਹੁੰਦਾ। ਉਹਨੇ ਸ਼ਿੰਗਾਰ ਤਾਂ ਬੜਾ ਕੀਤਾ, ਪਰ ਨਾ ਮਾਣੇ ਸੁਖ ਸੇਜੜੀ, ਪਰ ਉਹਨੇ ਪਿਆਰੇ ਦੀ ਸੇਜਾ ਦਾ ਸੁੱਖ ਜਿਹੜਾ ਸੀ ਉਹ ਮਾਣਿਆ ਹੀ ਨਹੀਂ ਹੈ। ਇਸ ਲਈ ਹਾਰ ਸ਼ਿੰਗਾਰ ਕੀਤਾ ਹੋਇਆ ਤੇ ਬੇਅਰਥ ਚਲਾ ਗਿਆ। ਜਾਂ ਇਸ ਤਰ੍ਹਾਂ ਵੀ ਕਹਿੰਦਾ ਚੱਲਾਂ ਕਿ ਅਸੀਂ ਸਾਰੀ ਉਮਰ ਮੜੀਆਂ ਮਸਾਣਾ ਧਾਗੇ ਤਵੀਤਾਂ ਦੇ ਧਾਰੀਆਂ ਦੇ ਮਗਰ ਲੱਗੇ ਰਹੇ ਤੇ ਫਿਰ ਸਾਹਿਬ ਕਹਿੰਦੇ ਆਹ ਹਾਲ ਹੀ ਹੋਣਾ। ਉੱਥੇ ਪਤੀ ਦੀ ਯਾਦ ਨਹੀਂ, ਪਰਮੇਸ਼ਵਰ ਦੀ ਯਾਦ ਨਹੀਂ। ਮੜੀਆਂ ਦੇ ਉੱਤੇ ਬੈਠ ਕੇ ਕਿਹੜਾ ਰੱਬ ਨੂੰ ਚੇਤੇ ਕਰਦਾ ਹੈ? ਕਬਰਾਂ ਤੇ ਬੈਠ ਕੇ ਕਿਹੜਾ ਰੱਬ ਨੂੰ ਚੇਤੇ ਕਰਦਾ ਹੈ? ਉਹ ਜਿਹਦੀ ਕਬਰ ਹੈ ਉਹਦੀ ਹੀ ਯਾਦ ਅੰਦਰ ਬਣਦੀ ਹੈ। ਦੇਹ ਧਾਰੀ ਦੇ ਕੋਲ ਬੈਠ ਕੇ ਕਿਹੜਾ ਪਰਮੇਸ਼ਵਰ ਨੂੰ ਚੇਤੇ ਕਰਦਾ ਹੈ? ਜਿਹੜੀ ਦੇਹ ਕੋਲ ਬੈਠੇ ਹੋ ਉਹਦਾ ਹੀ ਧਿਆਨ ਅੰਦਰ ਹੁੰਦਾ ਹੈ। ਹਜ਼ਾਰਾਂ ਇਸ ਤਰ੍ਹਾਂ ਦੇ ਕਰਮ ਨੇ ਜਿਹੜੇ ਅਸੀਂ ਨਿਤ ਦੁਨੀਆ ਦੇ ਵਿੱਚ ਲੋਕ ਕਰ ਰਹੇ ਨੇ, ਪਰ ਸਾਹਿਬ ਕਹਿੰਦੇ ਬੇਅਰਥ ਹੈ ਜੇ ਵਿੱਚ ਪਿਆਰੇ ਦੀ ਯਾਦ ਨਹੀਂ। ਸੁੱਖ ਲਈ ਕਰ ਰਹੇ ਨੇ, ਪਰ ਸੁੱਖ ਦੀ ਥਾਂ ਤੇ ਦੁੱਖ ਤੋਂ ਸਿਵਾ ਕੁਛ ਨਹੀਂ ਮਿਲਣਾ। ਦੁੱਖ ਘਣੋ ਦੁਹਾਗਣੀ, ਕਹਿੰਦੇ ਐਸੀ ਦੁਹਾਗਣੀ ਜੀਵ ਇਸਤਰੀ ਦੇ ਜੀਵਨ ਵਿੱਚ ਘਣਾ ਦੁੱਖ ਹੁੰਦਾ ਹੈ। ਘਣਾ, ਘਣਾ ਦਾ ਅਰਥ ਹੈ ਬਹੁਤ ਜ਼ਿਆਦਾ, ਜਿਹਦਾ ਕੋਈ ਹਿਸਾਬ ਹੀ ਨਹੀਂ ਹੈ ਕਿ ਕਿੰਨਾ ਦੁੱਖ ਜੀਵਨ ਵਿੱਚ ਪੱਲੇ ਪਿਆ ਹੋਇਆ ਹੈ। ਤੇ ਜਦੋਂ ਅਸੀਂ ਸਮਝ ਲਾਂਗੇ ਕਿ ਪਿਆਰੇ ਤੋਂ ਬਿਨਾਂ ਹੀ ਅਸੀਂ ਉਹਦੇ ਤੋਂ ਵਿਛੜ ਕੇ ਹੀ ਕਰਮ ਕਰਦੇ ਰਹੇ ਹਾਂ। ਜਿਵੇਂ ਦੇਹ ਧਾਰੀ ਨੇ ਆਖਿਆ ਬਸ ਉਹਦੇ ਮਗਰ ਲੱਗ ਗਏ, ਕਿਸੇ ਤਾਂਤਰਿਕ ਨੇ ਜੋਤਸ਼ੀ ਨੇ ਆਖਿਆ ਉਸੇ ਮਗਰ ਲੱਗ ਗਏ ਆ, ਪਰ ਗੁਰੂ ਮਗਰ ਤਾਂ ਲੱਗੇ ਹੀ ਨਹੀਂ। ਗੁਰੂ ਸਾਹਿਬ ਨੇ ਆਪਣੇ ਨਾਲ ਨਹੀਂ ਜੋੜਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਗੁਰੂ ਸਾਹਿਬ ਆਪਣੇ ਨਾਲ ਨਹੀਂ ਜੋੜਦੇ। ਕਿਹਦੇ ਨਾਲ ਜੋੜਦੇ ਆ? ਮਹਾਰਾਜ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ। ਤੂੰ ਮਨ ਸਦਾ ਹਮੇਸ਼ਾ ਪਰਮੇਸ਼ਵਰ ਦਾ ਨਾਮ ਜਪ, ਤੂੰ ਉਹਦੇ ਨਾਮ ਦਾ ਸ਼ਿੰਗਾਰ ਕਰਨਾ ਹੈ। ਇਸ ਲਈ ਸਾਹਿਬ ਕਹਿੰਦੇ ਜਿਹੜੀ ਦੁਹਾਗਣੀ ਸੀ, ਉਸ ਦੁਹਾਗਣੀ ਦੇ ਅੰਦਰ ਕੁਝ ਹੋਰ ਸੀ, ਬਾਹਰ ਕੁਝ ਹੋਰ ਸੀ, ਜਿਹਦੇ ਕਰਕੇ ਦੁੱਖ ਘਣਾ ਦੁੱਖ ਉਹਦੇ ਪੱਲੇ ਪੈ ਗਿਆ। ਅਸੀਂ ਅਰਦਾਸ ਕਰਨੀ ਮਾਲਕ ਦੇ ਚਰਨਾਂ 'ਚ। ਸਾਹਿਬ ਕਹਿੰਦੇ ਜੇ ਘਣਾ ਦੁੱਖ ਹੈ ਨਾ, ਤੇ ਘਣਾ ਆਨੰਦ ਵੀ ਤੇਰੇ ਜੀਵਨ ਵਿੱਚ ਬਣ ਸਕਦਾ ਹੈ। ਇਹ ਦੁੱਖ ਘਣਾ, ਇਹ ਘਣੇ ਆਨੰਦ ਵਿੱਚ ਬਦਲ ਸਕਦਾ ਹੈ। ਪਰ ਇੱਕ ਕੰਮ ਕਰ, ਤੂੰ ਦੇਹ ਧਾਰੀ ਨੂੰ ਚੇਤੇ ਕਰਨ ਦੀ ਬਜਾਏ ਰੱਬ ਨੂੰ ਚੇਤੇ ਕਰ। ਤੂੰ ਕਿਸੇ ਕਬਰ ਵਿੱਚ ਪਏ ਹੋਏ ਨੂੰ ਚੇਤੇ ਕਰਨ ਦੀ ਬਜਾਏ ਪਰਮਾਤਮਾ, ਜਿਹੜਾ ਸਾਡਾ ਅਸਲ ਖਸਮ ਹੈ, ਜਿਹੜਾ ਸਾਡਾ ਅਸਲ ਵਿੱਚ ਪਤੀ ਹੈ, ਤੂੰ ਉਹਨੂੰ ਚੇਤੇ ਕਰ। ਤੇ ਘਣਾ ਆਨੰਦ ਤੇਰੇ ਜੀਵਨ, ਇਹ ਦੁੱਖ ਜਿਹੜਾ ਹੈ ਤੇਰਾ ਆਨੰਦ ਵਿੱਚ ਬਦਲ ਜਾਏਗਾ। ਅਰਦਾਸ ਕਰ ਕੀ ਬਾਲਕ ਜੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲੋ ਰਾਮ ਚਾਰ ਕੁੰਟ ਦਹਿ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸਾਹ। ਤੇ ਗੁਰੂ, ਹੁਣ ਗੁਰੂ ਸਾਹਿਬ ਹੀ ਰਾਹੀਂ ਗੱਲ ਬਣਨੀ ਹੈ ਨਾ, ਕਿਉਂਕਿ ਸਾਹਿਬ ਕਹਿੰਦੇ ਕਿ ਗੁਰ ਬਿਨ, ਗੁਰੂ ਤੋਂ ਬਿਨਾਂ ਪ੍ਰੇਮ ਨਾ ਪਾਈਏ। ਤੁਸੀਂ ਪਿਆਰੇ ਦੇ ਪ੍ਰੇਮ ਨੂੰ ਨਹੀਂ ਪਾ ਸਕਦੇ। ਤੇ ਗੁਰੂ ਸਾਹਿਬ ਹੀ ਸਾਨੂੰ ਨੁਕਤਾ ਦੱਸ ਰਹੇ ਨੇ, ਜੁਗਤੀ ਦੱਸ ਰਹੇ ਨੇ। ਜਦੋਂ ਅਸੀਂ ਫਰਿਆਦ ਲੈ ਕੇ ਆਏ ਤੇ ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਇੱਥੇ ਕਹਿ ਰਹੇ ਆ ਦੁੱਖ ਘਣੋ, ਉੱਥੇ ਗੁਰੂ ਸਾਹਿਬ ਕਹਿ ਰਹੇ ਆ ਆਨੰਦ ਘਣਾ। ਅਸੀਂ ਆਪਣੀ ਮਰਜ਼ੀ ਨਾਲ ਕੀਤਾ ਸ਼ਿੰਗਾਰ ਤੇ ਘਣਾ ਦੁੱਖ ਸਾਡੇ ਪੱਲੇ ਪੈ ਗਿਆ। ਤੇ ਜਦੋਂ ਅਸੀਂ ਗੁਰੂ ਦੇ ਮੁਤਾਬਕ, ਗੁਰੂ ਸਾਹਿਬ ਦੀ ਮੱਤ ਦੇ ਅਨੁਸਾਰ ਅਸੀਂ ਚੱਲੇ ਤੇ ਘਣਾ ਆਨੰਦ ਬਣ ਗਿਆ। ਇਹ ਫੈਸਲਾ ਕਿਹਨੇ ਕਰਨਾ ਹੈ? ਫੈਸਲਾ ਤੇ ਅਸੀਂ ਖੁਦ ਕਰਨਾ ਹੈ ਕਿ ਅਸੀਂ ਦੁਨੀਆ ਦੇ ਮਗਰ ਲੱਗ ਕੇ ਚੱਲਣਾ ਹੈ ਜੋ ਦੁਨੀਆ ਸ਼ਿੰਗਾਰ ਕਰ ਰਹੀ ਹੈ, ਕਿ ਅਸੀਂ ਗੁਰੂ ਮਗਰ ਲੱਗ ਕੇ ਚੱਲਣਾ ਹੈ ਜੋ ਗੁਰੂ ਸਾਨੂੰ ਕਹਿੰਦੇ ਆ ਵੀ ਆਹ ਸ਼ਿੰਗਾਰ ਕਰ। ਹੁਣ ਦੁਨੀਆ ਮਗਰ ਲੱਗੋਗੇ ਤੇ ਦੁੱਖ ਘਣੋ, ਗੁਰੂ ਸਾਹਿਬ ਮਗਰ ਲੱਗ ਕੇ ਚੱਲੋਗੇ ਤਾਂ ਆਨੰਦ ਘਣਾ। ਇਹ ਫੈਸਲਾ ਅਸੀਂ ਕਰਨਾ ਹੈ। ਦੋ ਰਾਹ ਦੇ ਦਿੱਤੇ ਨੇ, ਚੱਲਣਾ ਅਸੀਂ ਹੈ। ਕਿਉਂ? ਕਿਉਂਕਿ ਅੱਗੇ ਜਾ ਕੇ ਫਲ ਜਦੋਂ ਮਿਲਣਾ ਨਾ, ਸਾਹਿਬ ਕਹਿੰਦੇ ਤੇਰੇ ਕਰਮ ਦਾ ਫਲ ਹੈ। ਤੈਨੂੰ ਤੇ ਸਮਝਾ ਕੇ ਤੋਰਿਆ ਸੀ।
ਫਲ ਤੇਰੇ ਕਰਮ ਦਾ ਹੈ। ਉੱਥੇ ਗੁਰੂ ਨੂੰ ਵੀ ਦੋਸ਼ ਨਹੀਂ, ਪਰਮੇਸ਼ਵਰ ਨੂੰ ਵੀ ਦੋਸ਼ ਨਹੀਂ, ਕਿਸੇ ਤੀਜੇ ਨੂੰ ਦੋਸ਼ ਨਹੀਂ। ਉੱਥੇ ਜੋ ਮੈਂ ਕੀਤਾ ਸੀ ਉਹ ਮੇਰੀ ਝੋਲੀ ਪੈ ਜਾਣਾ। ਸਾਹਿਬ ਕਹਿੰਦੇ ਇਹ ਕਿਉਂ? ਕਿਉਂਕਿ ਤੈਨੂੰ ਚੱਲਣ ਲੱਗਿਆਂ ਦੋ ਰਾਹ ਦਿੱਤੇ ਸੀ, ਆਹ ਸੁਚੱਜੀ ਦਾ ਹੈ, ਇਹ ਕੁਚੱਜੀ ਦਾ ਹੈ। ਇਹ ਗੁਰਮੁਖ ਦਾ ਰਾਹ ਹੈ, ਇਹ ਮਨਮੁਖ ਦਾ ਰਾਹ ਹੈ। ਇਹ ਆਸਤਕ ਦਾ ਰਸਤਾ ਹੈ, ਇਹ ਨਾਸਤਕ ਦਾ ਰਸਤਾ ਹੈ। ਦੋ ਰਸਤੇ ਗੁਰਬਾਣੀ ਵਿੱਚ ਦੱਸੇ ਹੋਏ ਆ ਵੀ ਆਹ ਰਸਤੇ ਤੁਰੋਗੇ ਤੇ ਇਹ ਫਲ, ਇਸ ਰਸਤੇ ਤੁਰੋਗੇ ਇਹ ਫਲ ਮਿਲੇਗਾ। ਹੁਣ ਤੁਰੇ ਤਾਂ ਅਸੀਂ ਆਪ ਆਪਣੀ ਮਰਜ਼ੀ ਨਾਲ ਆ, ਤੇ ਜੇ ਆਪਣੀ ਮਰਜ਼ੀ ਨਾਲ ਅਸੀਂ ਤੁਰੇ ਹਾਂ ਤੇ ਸਭ ਕਹਿੰਦੇ ਫਿਰ ਦੁੱਖ ਘਣੋ ਦੁਹਾਗਣੀ, ਨਾ ਘਰ ਸੇਜ ਪਤਾਰ। ਘਰ ਵਿੱਚ ਸੇਜ ਜਿਹੜੀ ਹਿਰਦਾ, ਸੇਜ ਦਾ ਅਰਥ ਹਿਰਦਾ। ਕਹਿੰਦੇ ਆਹ ਜਿਹੜਾ ਹਿਰਦਾ ਸੀ, ਘਰ ਘਰ ਕੀ ਹੈ? ਪੂਰਾ ਸਰੀਰ, ਬਾਡੀ। ਇਹ ਪੂਰੇ ਸਰੀਰ ਰੂਪੀ ਘਰ ਵਿੱਚ ਹਿਰਦਾ ਜਿਹੜਾ ਸੇਜ ਹੈ, ਕਹਿੰਦੇ ਪਤਾਰ ਪਤੀ ਪਰਮੇਸ਼ਵਰ ਉਸ ਘਰ ਦੇ ਹਿਰਦੇ ਦੀ ਸੇਜਾ ਤੇ ਆਇਆ ਹੀ ਕੋਈ ਨਾ। ਤੇ ਫਿਰ ਦੁਹਾਗਣੀ ਦੇ ਪੱਲੇ ਕੀ ਪੈ ਗਿਆ? ਦੁੱਖ ਘਣੋ। ਤੇ ਜੇ ਅਸੀਂ ਗੁਰੂ ਸਾਹਿਬ ਦੀ ਮੱਤ ਲੈ ਕੇ ਚੱਲਾਂਗੇ, ਚੇਤ ਗੋਬਿੰਦ ਅਰਾਧੀਆਂ ਹੋਵੇ ਆਨੰਦ ਘਣਾ, ਤਾਂ ਫਿਰ ਅੱਗੇ ਜਾ ਕੇ ਮਹਾਰਾਜ ਕਹਿੰਦੇ ਤੂੰ ਸ਼ੁਰੂ ਇੱਥੋਂ ਕਰ, ਇਹ ਰਸਤਾ ਹੈ, ਇੱਥੋਂ ਚੱਲਣਾ ਹੈ। ਜਦੋਂ ਤੂੰ ਇਸ ਤੋਂ ਚੱਲੇਗਾ ਤੇ ਫਿਰ ਕੀ ਫਲ ਮਿਲੇਗਾ? ਸਾਹਿਬ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ, ਪ੍ਰਗਟੇ ਆਏ ਸੰਤ ਸਹਾਈ, RAM ਕੇ ਕਰ ਕਿਰਪਾ, ਦੀਆਂ ਮਿਲਾਏ ਸੇਜ ਸੁਹਾਵੀ, ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ। ਜੇ ਗੁਰੂ ਸਾਹਿਬ ਦੀ ਮੱਤ ਲੈ ਕੇ ਚੱਲੇ ਆਪਾਂ, ਜੇ ਗੁਰੂ ਸਾਹਿਬ ਦੇ ਅਨੁਸਾਰ ਚੱਲੇ ਤੇ ਫਿਰ ਅੰਦਰ ਸੁੱਖ ਹੀ ਸੁੱਖ ਬਣ ਗਿਆ। ਤੇ ਜੇ ਅਸੀਂ ਕਿਹਾ ਵੀ ਨਹੀਂ ਗੁਰੂ ਸਾਹਿਬ ਤੁਹਾਡੇ ਅਨੁਸਾਰ ਨਹੀਂ, ਅਸੀਂ ਆਪਣੇ ਅਨੁਸਾਰ ਚੱਲਣਾ, ਤੇ ਮਹਾਰਾਜ ਕਹਿੰਦੇ ਠੀਕ ਹੈ, ਫਿਰ ਧਾਗੇ ਤਵੀਤਾਂ ਦਾ ਸ਼ਿੰਗਾਰ ਕਰੀ ਜਾ। ਫਿਰ ਜਿਵੇਂ ਕੋਈ ਤੈਨੂੰ ਦੇਹ ਧਾਰੀ ਕਹਿੰਦਾ ਹੈ ਤੂੰ ਉਹਦਾ ਸ਼ਿੰਗਾਰ ਕਰੀ ਜਾ, ਪਰ ਚੇਤੇ ਰੱਖੀ ਦੁੱਖ ਘਣੋ, ਆ ਜਿਹੜਾ ਘਣਾ ਦੁੱਖ ਹੈ ਇਹਦੇ ਤੋਂ ਛੁਟਕਾਰਾ ਨਹੀਂ ਮਿਲਣਾ। ਮਨ ਰੇ RAM ਜਪੋ ਸੁਖ ਹੋਏ, ਇਹ ਮਨ ਨਾਮ ਜਪ ਕੇ ਸੁਖ ਮਿਲਣਾ, ਇਹ ਬਾਹਰ ਦੇ ਸ਼ਿੰਗਾਰ ਕਰਕੇ ਸੁਖ ਨਹੀਂ ਮਿਲਣਾ। ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ, ਪਹਿਲੀ ਗੱਲ ਤੇ ਇਹ ਕਿ ਬਿਨ ਗੁਰ ਪ੍ਰੇਮ ਨਾ ਪਾਈਏ। ਜੇ ਪਿਆਰੇ ਵਾਹਿਗੁਰੂ ਜੀ ਦਾ ਪ੍ਰੇਮ ਪਾਉਣਾ ਚਾਹੁੰਦੇ ਹੋ ਤਾਂ ਗੁਰੂ ਤੋਂ ਬਿਨਾਂ ਨਹੀਂ ਪਾਇਆ ਜਾਣਾ। ਸ਼ਬਦ ਮਿਲੇ, ਸ਼ਬਦ ਨੂੰ ਮਿਲੋ, ਸ਼ਬਦ ਵਿੱਚ ਆ ਕੇ ਘੁਲ ਮਿਲ ਜਾਓ। ਹੇ ਮਨ ਤੂੰ ਸ਼ਬਦ ਵਿੱਚ ਆ ਕੇ ਲੀਨ ਹੋ, ਰੰਗ ਹੋਏ ਤੇਰੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਤੇ ਜੇ ਤੂੰ ਪਿਆਰੇ ਤੋਂ ਬਿਨਾਂ ਸ਼ਿੰਗਾਰ ਕੀਤਾ ਤੇ ਉਹ ਦੁਹਾਗਣੀ ਹੈ। ਤੇ ਜਿਹੜੀ ਦੁਹਾਗਣੀ ਹੈ, ਦੁੱਖ ਘਣੋ ਦੁਹਾਗਣੀ, ਨਾ ਘਰ ਸੇਜ ਪਤਾਰ, ਉਹਦੇ ਘਰ ਦੀ ਸੇਜਾ ਹਿਰਦੇ ਤੇ ਕਦੀ ਪਤੀ ਪਿਆਰੇ ਦੀ ਖੁਸ਼ੀਆਂ ਨਹੀਂ ਆਉਂਦੀਆਂ। ਉਹਦਾ ਹਿਰਦਾ ਭਾਵ ਸੇਜ ਖਾਲੀ ਦੀ ਖਾਲੀ ਰਹਿ ਜਾਂਦੀ ਹੈ। ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸ਼ਿੰਗਾਰ, ਸੱਚ ਮਾਣੇ ਪਿਰ ਸੇਜੜੀ, ਗੂੜਾ ਹੇਤ ਪਿਆਰ, ਗੁਰਮੁਖ ਜਾਣ ਸਿਆਣੀਐ, ਗੁਰ ਮੇਲੀ ਗੁਣ ਚਾਰ। ਦੂਸਰੇ ਪਦੇ ਵਿੱਚ ਗੁਰੂ ਸਤਿਗੁਰੂ ਜੀ ਕਿਰਪਾ ਕਰਦੇ ਨੇ। ਇਸ ਤੋਂ ਪਹਿਲਾਂ ਇੱਕ ਵਿਚਾਰ ਕਿ ਕਦੇ ਸੰਸਾਰੀ ਬੰਦੇ ਨੇ ਇਹ ਗੱਲ ਆਖੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ RAM ਪਤਾਰਾ। ਇਹ ਸੰਸਾਰੀ ਬੰਦਾ ਕਦੇ ਨਹੀਂ ਗਾ ਸਕਦਾ, ਕਿਉਂਕਿ ਸੰਸਾਰੀ ਦੀ ਹਾਲਤ ਉਸ ਦੁਹਾਗਣ ਦੀ ਤਰ੍ਹਾਂ ਹੈ। ਇਸ ਲਈ ਕਹਿੰਦੇ ਉਹ ਜਿਹੜੀ ਦੁਹਾਗਣ ਹੈ ਉਹ ਕਦੇ ਨਹੀਂ ਇਹ ਗਾ ਸਕਦੀ, ਕਿਉਂਕਿ ਉਹਦੀ ਸੇਜ ਤੇ ਪਤਾਰ ਆਉਂਦਾ ਹੀ ਕੋਈ ਨਹੀਂ। ਉਹਦੇ ਘਰ ਦੇ ਵਿੱਚ ਉਹ ਵਰ ਪਰਮੇਸ਼ਵਰ ਰੂਪੀ ਵਰ ਆਉਂਦਾ ਹੀ ਕੋਈ ਨਹੀਂ। ਇਹ ਕੌਣ ਗਾਉਂਦੇ ਨੇ? ਜਿਹੜੇ ਉਹਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ। ਇਹ ਭਗਤ ਹੀ ਗਾ ਸਕਦੇ ਆ, ਇਹ ਸੰਸਾਰੀ ਨਹੀਂ ਗਾ ਸਕਦੇ। ਇਸੇ ਲਈ ਭਗਤਾਂ ਦੇ ਇਹ ਬੋਲ ਨੇ, ਗਾਓ ਗਾਓ ਰੀ ਮੰਗਲ ਚਾਰਾ, ਖੁਸ਼ੀ ਦੇ ਮੰਗਲ ਦੇ ਉਹ ਗੀਤ ਗਾਓ
ਕਿਉਂਕਿ ਮੇਰੇ ਘਰ ਵਿੱਚ ਅੱਜ ਸੋਹਣਾ ਵਰ ਆ ਰਿਹਾ ਹੈ, ਜਿਹਦੇ ਨਾਲ ਅੱਜ ਮੇਰਾ ਮਿਲਾਪ ਹੋਣਾ ਹੈ। ਇਹ ਸੰਸਾਰੀ ਬੰਦੇ ਦੇ ਬੋਲ ਨਹੀਂ, ਇਹ ਭਗਤ ਦੇ ਨੇ, ਜਿਹਨੇ ਅਸਲ ਵਿੱਚ ਸੱਚਾ ਸ਼ਿੰਗਾਰ ਕੀਤਾ ਹੋਇਆ ਹੈ, ਜਿਹਨੇ ਨਾਮ ਦਾ ਸ਼ਿੰਗਾਰ ਕੀਤਾ, ਪਿਆਰੇ ਦੇ ਨਾਮ ਦਾ ਸ਼ਿੰਗਾਰ ਕੀਤਾ ਹੋਇਆ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਆ ਵੀ ਜੇ ਤੁਸੀਂ ਵੀ ਐਸੀਆਂ ਖੁਸ਼ੀਆਂ ਚਾਹੁੰਦੇ ਹੋ ਤਾਂ ਫਿਰ ਕਿਵੇਂ ਹੋਏਗਾ? ਗੁਰ ਸੇਵਾ ਸੁਖ ਪਾਈਐ। ਪਹਿਲਾਂ ਗੁਰੂ ਦੀ ਸੇਵਾ ਵਿੱਚ ਜੁੜੋ। ਜਦੋਂ ਤੁਸੀਂ ਗੁਰ ਸੇਵਾ ਦੇ ਵਿੱਚ ਜੁੜੋਗੇ ਤਾਂ ਤੁਹਾਡੇ ਮਨ ਨੂੰ ਸਕੂਨ ਮਿਲੇਗਾ। ਤਪਦਾ ਹੋਇਆ ਮਨ ਤੁਹਾਡਾ ਜਿਹੜਾ ਹੈ, ਇਹ ਵਿਕਾਰਾਂ ਦੇ ਕਰਕੇ ਜਿਹੜਾ ਸ਼ਿੰਗਾਰ ਕੀਤਾ ਸੀ, ਇਹਨੇ ਅੰਦਰ ਤਪਸ਼ ਪੈਦਾ ਕਰ ਦਿੱਤੀ, ਇਹਨੇ ਅੰਦਰ ਵਿਕਾਰ ਪੈਦਾ ਕਰ ਦਿੱਤੇ। ਦੋ ਤਰ੍ਹਾਂ ਦਾ ਸ਼ਿੰਗਾਰ ਹੈ, ਇੱਕ ਉਹ ਜਿਹਨੇ ਵਿਕਾਰ ਪੈਦਾ ਕਰਨੇ ਆ, ਇੱਕ ਉਹ ਸ਼ਿੰਗਾਰ ਹੈ ਜਿਹਨੇ ਅੰਦਰੋਂ ਵਿਕਾਰਾਂ ਦੀ ਭਾਵਨਾ ਨੂੰ ਖਤਮ ਕਰ ਦੇਣਾ। ਜਿਹੜਾ ਸੰਸਾਰਿਕ ਤਲ ਤੇ ਅਸੀਂ ਸ਼ਿੰਗਾਰ ਕੀਤਾ, ਇਹਨੇ ਮਨ ਵਿੱਚ ਕਈ ਵਿਕਾਰ ਪੈਦਾ ਕਰ ਦਿੱਤੇ, ਤੇ ਇੱਕ ਉਹ ਸ਼ਿੰਗਾਰ ਸੀ ਜਿਹੜਾ ਗੁਰਬਾਣੀ ਨਾਲ ਵਿੱਚੋਂ ਕੀਤਾ, ਉਹਨੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰਕੇ ਰੱਖ ਦਿੱਤਾ। ਦੁਨਿਆਵੀ ਤਲ ਉੱਤੇ, ਸਮਾਜਿਕ ਤਲ ਤੇ ਜਿੱਥੇ ਆਪਾਂ ਰਹਿ ਰਹੇ ਹਾਂ ਨਾ, ਉਹਦੇ ਵਿੱਚ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ 31 ਦਸੰਬਰ ਦੀ ਰਾਤ ਨੂੰ ਦੋ ਭਾਵਨਾਵਾਂ ਵਾਲੇ ਜਾਗੇ ਸਨ, ਇੱਕ ਦੁਨੀਆ ਦੇ ਰੰਗ ਵਿੱਚ ਰੰਗਣ ਵਾਲੇ ਤੇ ਇੱਕ ਰੱਬੀ ਰੰਗ ਵਿੱਚ ਰੰਗਣ ਵਾਲੇ। ਤੇ ਜਿਹੜੇ ਤਾਂ ਸਮਾਜ ਦੇ ਰੰਗਾਂ ਵਿੱਚ ਰੰਗਦੇ ਰਹੇ, ਨੱਚਦੇ ਰਹੇ, ਟੱਪਦੇ ਰਹੇ, ਪਾਰਟੀਆਂ ਕਰਦੇ ਰਹੇ, ਖਾਣ ਪੀਣ ਦੇ ਵਿੱਚ ਮਸਤ ਰਹੇ, ਮਹਾਰਾਜ ਜੀ ਕਹਿੰਦੇ ਆ ਉਹਨਾਂ ਦੇ ਜੀਵਨ ਦੇ ਅੰਦਰ ਆਹ ਰੰਗ ਨਹੀਂ ਬਣਨਾ। ਪਰ ਉਸੇ ਹੀ ਰਾਤ ਉਹ ਵੀ ਸਨ ਜਿਹੜੇ ਅੱਧੀ ਰਾਤ ਕੀ ਸਾਰੀ ਰਾਤ ਸ਼ਬਦ ਵਿੱਚ ਜੁੜਦੇ ਰਹੇ, ਸੇਵਾ ਕਰਦੇ ਰਹੇ, ਸੰਗਤ ਵਿੱਚ ਆ ਕੇ ਰੰਗਤ ਲੈਂਦੇ ਰਹੇ, ਤਾਂ ਕਿ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਹੀਂ। ਸ਼ਾਇਦ ਇਸੇ ਕਰਕੇ, ਹਾਲਾਂਕਿ ਗੁਰਮਤ ਵਿੱਚ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ। ਜੇ ਗੁਰਮਤ ਦੇ ਵਿੱਚ ਤੁਸੀਂ ਉਤਸ਼ਾਹ ਦਿਖਾਉਣਾ ਹੈ ਨਾ, ਉਸ ਦਿਨ ਦਿਖਾਇਓ ਜਿੱਦਣ ਚੇਤ ਦਾ ਮਹੀਨਾ ਚੜ੍ਹਨਾ ਹੈ। ਉਸ ਦਿਨ ਭਾਰੀ ਉਤਸ਼ਾਹ ਤੁਹਾਡਾ ਉਨਾ ਹੀ ਹੋਣਾ ਚਾਹੀਦਾ ਹੈ ਜਿੰਨਾ 31 ਦਸੰਬਰ ਦੀ ਰਾਤ ਨੂੰ ਵੇਖਣ ਨੂੰ ਮਿਲਿਆ, ਜਾਂ 1 ਜਨਵਰੀ ਦੀ ਸਵੇਰ ਨੂੰ ਵੇਖਣ ਨੂੰ ਮਿਲਿਆ। ਜੇ ਗੁਰਮਤ ਦੇ ਅਨੁਸਾਰ ਆਪਾਂ ਜੇ ਚੱਲਣ ਦਾ ਯਤਨ ਕਰੀਏ, ਵੈਸੇ ਕੁਦਰਤ ਨਾਲ ਵੇਖੋ ਤਾਂ ਕੁਦਰਤ ਨਾਲ ਤੇ ਪਤਾ ਹੀ ਨਹੀਂ ਲੱਗਦਾ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਪਰ ਚਲੋ ਜਿਵੇਂ ਜਿਵੇਂ ਕਿਸੇ ਦੇ ਪੈਗੰਬਰ ਜਿਹੜੇ ਇਸ ਧਰਤੀ ਤੇ ਆਏ ਨੇ, ਈਸਵੀ ਬਣ ਗਿਆ, ਸੰਮਤ ਬਣ ਗਏ, ਬਿਕਰਮੀ ਬਣ ਗਿਆ, ਇਸੇ ਤਰ੍ਹਾਂ ਨਾਨਕ ਸ਼ਾਹੀ ਹੈ। ਅਸੀਂ ਉਸ ਮੁਤਾਬਕ ਜੇ ਚੱਲਦੇ ਹਾਂ ਤੇ ਸਾਡਾ ਉਤਸ਼ਾਹ ਉਹਨਾਂ ਵੀ ਜਿਹੜਾ ਹੋਣਾ ਚਾਹੀਦਾ। ਗੱਲ ਜਿਹੜੀ ਕਰ ਰਿਹਾ ਸਾਂ ਕਿ ਉਹ ਜਿਹੜੀ ਰਾਤ ਲੰਘੀ ਹੈ, ਦੋ ਰੂਪ ਵੇਖਣ ਨੂੰ ਮਿਲੇ ਨੇ। ਇੱਕ ਉਹ ਜਿਹੜੇ ਰੱਬੀ ਰੰਗ ਵਿੱਚ ਰੰਗੇ ਪਏ ਸਨ, ਇੱਕ ਉਹ ਜਿਹੜੇ ਸੇਵਾ ਦੀ ਕਮਾਈ ਕਰਦੇ ਪਏ ਸਨ, ਔਰ ਇੱਕ ਉਹ ਸੀ ਜਿਹੜੇ ਪੱਬਾਂ ਤੇ ਕਲੱਬਾਂ ਵਿੱਚ ਦੁਨੀਆ ਦਾ ਹਾਰ, ਵਿਕਾਰਾਂ ਵਾਲਾ ਹਾਰ ਸ਼ਿੰਗਾਰ ਕਰਕੇ ਨੱਚਣ ਤੇ ਟੱਪਣ ਵਿੱਚ ਮਸਤ ਹੋਏ ਪਏ ਸਨ। ਪਰ ਜਿਹਨੇ ਕਹਿੰਦੇ ਰਾਤ ਪਰਮੇਸ਼ਵਰ ਦੇ ਨਾਮ ਦੀ ਰੰਗਤ ਲਈ, ਉਹਨੇ ਤਾਂ ਅੰਮ੍ਰਿਤ ਵੇਲਾ ਸੰਭਾਲ ਲਿਆ, ਤੇ ਜਿਹੜੇ ਦੁਨੀਆ ਦੇ ਰੰਗਾਂ 'ਚ ਰੰਗੇ, ਉਹਨਾਂ ਨੂੰ ਅਗਲੇ ਦਿਨ ਸ਼ਾਮ ਤੱਕ ਹੋਸ਼ ਨਾ ਆਈ। ਇਸ ਲਈ ਸਭ ਕਹਿੰਦੇ ਆ ਹੈ ਸੁਹਾਗਣ ਤੇ ਦੁਹਾਗਣ। ਇੱਕ ਨੇ ਆਖਿਆ ਵੀ ਮੇਰਾ ਅੰਦਰ ਦੁੱਖ ਨਾਲ ਭਰਿਆ, ਇੱਕ ਨੇ ਆਖਿਆ ਮੇਰੇ ਜੀਵਨ 'ਚ ਆਨੰਦ ਹੀ ਆਨੰਦ ਹੈ। ਕਿਹਨਾਂ ਨੇ? ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲੇ, ਗੁਰੂ ਦੇ ਰਾਹੀਂ ਜਿਨ੍ਹਾਂ ਨੇ ਅੰਦਰ ਪ੍ਰੇਮ ਪਰਮੇਸ਼ਵਰ ਦੇ ਨਾਮ ਦਾ ਪਾ ਲਿਆ। ਸਭ ਕਹਿੰਦੇ ਗੁਰ ਸੇਵਾ ਸੁਖ ਪਾਈ ਹੈ। ਜਿਹੜਾ ਸੁਖ ਅਸੀਂ ਪਾਉਣਾ ਚਾਹੁੰਦੇ ਹਾਂ ਉਹ ਗੁਰੂ ਸੇਵਾ ਦੇ ਵਿੱਚੋਂ ਮਿਲਣਾ ਹੈ। ਹਰ ਵਰ ਸਹਿਜ ਸ਼ਿੰਗਾਰ, ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਸਹਿਜ ਵਿੱਚ ਸ਼ਿੰਗਾਰ ਕਰਵਾਉਣਾ ਨਾ, ਸਹਿਜ ਦਾ ਅਰਥ ਹੁੰਦਾ ਆਤਮਿਕ ਅਡੋਲਤਾ। ਆਤਮਿਕ ਅਡੋਲਤਾ ਦਾ ਸ਼ਿੰਗਾਰ ਜਿਹੜਾ ਦੇਣਾ ਹੈ ਗੁਰੂ ਸਾਹਿਬ ਨੇ, ਉਹ ਕਿਹਦੇ ਨਾਮ ਦਾ ਹੈ? ਹਰ ਵਰ, ਜਿਹੜਾ ਹਰੀ ਵਰ ਦੇ ਰੂਪ ਵਿੱਚ ਹੈ। ਸਾਡੀ ਜੀਵ ਇਸਤਰੀ ਦਾ ਵਰ ਇੱਕੋ ਹੀ ਹੈ, ਉਹ ਹੈ ਪਰਮੇਸ਼ਵਰ। ਜਿਹੜੀ ਸਾਡੀ ਜੀਵ ਇਸਤਰੀ ਹੈ ਨਾ,
ਇਹਦਾ ਵਰ ਇੱਕੋ ਹੀ ਹੈ, ਉਹ ਹੈ ਪਤੀ ਪਰਮੇਸ਼ਵਰ ਪਰਮਾਤਮਾ। ਤੇ ਗੁਰੂ ਸਾਹਿਬ ਕਹਿੰਦੇ ਆ ਮੈਂ ਤੇਰੇ ਅੰਦਰ ਸਹਿਜ ਬਣਾਵਾਂ, ਅਡੋਲਤਾ, ਤੇਰੇ ਅੰਦਰ ਦੇ ਵਿਕਾਰ ਨੂੰ ਨਾਸ਼ ਕਰਕੇ ਸਹਿਜ ਅਡੋਲਤਾ ਬਣਾਵਾਂ। ਉਸ ਅਡੋਲਤਾ ਵਿੱਚ ਤੂੰ ਨਾਮ ਦਾ ਸ਼ਿੰਗਾਰ ਕਰੀ, ਤੇ ਜਦੋਂ ਸ਼ਿੰਗਾਰ ਹਰੀ ਦੇ ਵਰ ਦੇ ਨਾਮ ਦਾ ਤੂੰ ਸ਼ਿੰਗਾਰ ਕਰੇ ਤਾਂ ਤੈਨੂੰ ਫਿਰ ਸੁੱਖ ਹੀ ਸੁੱਖ ਮਿਲੇਗਾ। ਸਚ ਮਾਣੇ ਪਿਰ ਸੇਜੜੀ, ਗੂੜਾ ਹੇਤ ਪਿਆਰ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਸੇਵਾ ਔਰ ਸਿਮਰਨ ਵਿੱਚ ਜੁੜ ਕੇ ਸਹਿਜ ਵਿੱਚ ਸ਼ਿੰਗਾਰ ਕੀਤਾ, ਸੱਚ ਮਾਣੇ, ਉਹ ਫਿਰ ਸੱਚ ਨੂੰ ਜੀਵ ਇਸਤਰੀਆਂ ਮਾਣਦੀਆਂ ਨੇ। ਪਿਰ ਸੇਜੜੀ, ਪਿਰ ਜਿਹੜਾ ਉਹਨਾਂ ਦੀ ਸੇਜਾ ਦੇ ਉੱਤੇ ਪਿਆਰਾ ਵਾਹਿਗੁਰੂ ਉਹਨਾਂ ਦੀ ਹਿਰਦੇ ਦੀ ਸੇਜਾ ਉੱਤੇ ਹੁੰਦਾ ਹੈ, ਜਾਂ ਉਹ ਜੀਵ ਇਸਤਰੀਆਂ ਆਪਣੇ ਪਿਆਰੇ ਦੀ ਸੇਜਾ ਭਾਵ ਉਹਦੇ ਚਰਨਾਂ ਵਿੱਚ ਜੁੜ ਕੇ ਉਹ ਆਨੰਦ, ਉਹ ਸੁੱਖ ਮਾਣਦੀਆਂ ਨੇ। ਕਿਉਂ? ਗੂੜਾ ਹੇਤ ਪਿਆਰ, ਕਿਉਂਕਿ ਗੁਰੂ ਨੇ ਆ ਗੁਰਬਾਣੀ ਦੇ ਰਾਹੀਂ ਉਹਨਾਂ ਅੰਦਰ ਗੂੜਾ ਰੰਗ ਅੰਦਰ ਚਾੜ ਦਿੱਤਾ, ਪਿਆਰ ਵਾਲਾ ਰੰਗ। ਗੁਰਬਾਣੀ ਸਾਡੇ ਅੰਦਰ ਨਫ਼ਰਤ ਪੈਦਾ ਨਹੀਂ ਕਰਦੀ, ਉਹ ਵੱਖਰੀ ਗੱਲ ਹੈ। ਅਸੀਂ ਗੁਰਬਾਣੀ ਪੜ੍ਹ ਕੇ ਨਫ਼ਰਤ ਨਾਲ ਭਰੇ ਹੋਈਏ, ਵੱਖਰੀ ਗੱਲ ਹੈ, ਪਰ ਗੁਰਬਾਣੀ ਨਫ਼ਰਤ ਪੈਦਾ ਨਹੀਂ ਕਰਦੀ। ਗੁਰਬਾਣੀ ਈਰਖਾ ਦੇ ਵਿੱਚ ਨਹੀਂ ਸਾਨੂੰ ਲਿਆਉਂਦੀ, ਗੁਰਬਾਣੀ ਤੇ ਸਾਡੇ ਅੰਦਰੋਂ ਨਫ਼ਰਤ ਈਰਖਾ ਨੂੰ ਮਿਟਾਉਂਦੀ ਹੈ। ਜੇ ਅਸੀਂ ਗੁਰੂ ਬਾਣੀ ਨਾਲ ਮਨ ਸੁਰਤ ਕਰਕੇ ਜੁੜੇ ਹੋਵਾਂਗੇ, ਜੇ ਉੱਤੋਂ ਹੀ ਜੁੜੇ ਆ, ਫਿਰ ਤੇ ਨਫ਼ਰਤ ਭਰੀ ਪਈ ਹੈ ਅੰਦਰ, ਫਿਰ ਤੇ ਈਰਖਾ ਭਰੀ ਇੰਨੀ। ਅਸੀਂ ਦੇਖੋ ਦੂਜਿਆਂ ਨੂੰ ਅਪਣਾਉਣਾ ਸੀ, ਅਸੀਂ ਹਰ ਇੱਕ ਨੂੰ ਸਮਝਾਉਣਾ ਸੀ, ਏਕ ਪਿਤਾ ਏਕਸ ਕੇ ਹਮ ਬਾਰਕ, ਪਰ ਅਸੀਂ ਤੇ ਆਪਸ ਵਿੱਚ ਹੀ ਉਲਝੇ ਪਏ ਹਾਂ। ਅਸੀਂ ਤੇ ਆਪਸ ਵਿੱਚ ਹੀ ਇੱਕ ਦੂਜੇ ਨਾਲ ਨਫ਼ਰਤ ਨਾਲ ਭਰੇ ਪਏ ਹਾਂ। ਅਸੀਂ ਸਮਾਜ ਨੂੰ ਕੀ ਮੈਸੇਜ ਦੇਣਾ? ਅਸੀਂ ਪੂਰੀ ਲੋਕਾਈ ਨੂੰ ਕੀ ਮੈਸੇਜ ਦੇਵਾਂਗੇ? ਏਕ ਪਿਤਾ ਏਕਸ ਕੇ ਹਮ ਬਾਰਕ, ਹਜੇ ਤੇ ਅਸੀਂ ਆਪਸ ਵਿੱਚ ਹੀ ਨਫ਼ਰਤ ਨਾਲ ਭਰੇ ਹਾਂ। ਸਾਨੂੰ ਪਹਿਲਾਂ ਸਿੱਖਣਾ ਪਏਗਾ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਹਜੇ ਤਾਂ ਗੁਰੂ ਕਾ ਪਿਆਰਾ, ਗੁਰੂ ਕੇ ਪਿਆਰੇ ਨੂੰ ਫਤਿਹ ਵੀ ਬੁਲਾਉਣ ਤੋਂ ਜਿਹੜਾ ਉਹ ਮੂੰਹ ਫੇਰ ਲੈਂਦਾ ਹੈ। ਹਜੇ ਤਾਂ ਨਾਕੋ ਬੈਰੀ ਨਹੀਂ ਬੇਗਾਨਾ ਵਾਲੀ ਖੇਡ ਕਿੱਥੇ ਬਣੀ ਹੈ? ਹਜੇ ਤੇ ਅਸੀਂ ਫਤਿਹ ਬੁਲਾਉਣ ਤੋਂ ਵੀ ਮੁੱਖ ਫੇਰ ਜਾਂਦੇ ਹਾਂ, ਵੀ ਸਾਹਮਣੇ ਜਿਹੜਾ ਆ ਰਿਹਾ ਉਹਨੂੰ ਕਿਤੇ ਮੈਨੂੰ ਬੁਲਾਉਣਾ ਨਾ ਪੈ ਜਾਏ। ਹੈ ਉਹ ਵੀ ਗੁਰੂ ਕਾ ਸਿੱਖ ਹੈ ਅਸੀਂ ਵੀ ਗੁਰੂ ਦੇ ਸਿੱਖ ਹਾਂ, ਹੈ ਉਹਨੇ ਵੀ ਬਾਣਾ ਧਾਰਨ ਕੀਤਾ ਹੋਇਆ, ਖੰਡੇ ਦੀ ਪੌਲ ਲਈ ਹੋਈ ਹੈ, ਅਸੀਂ ਵੀ ਖੰਡੇ ਦੀ ਪੌਲ ਲਈ ਹੋਈ, ਪਰ ਅੰਦਰ ਨਫ਼ਰਤ ਭਰੀ ਪਈ ਹੈ। ਇੱਕੋ ਹੀ ਗੁਰੂ ਸਾਹਿਬ ਦੀ ਸੰਗਤ ਵਿੱਚ ਆਪਾਂ ਸਾਰੇ ਜੁੜਦੇ ਹਾਂ, ਪਰ ਨਫ਼ਰਤ ਭਰੀ ਪਈ ਹੈ ਅੰਦਰ। ਪਰ ਜਿਸ ਗੁਰੂ ਦੇ ਚਰਨਾਂ 'ਚ ਆ ਕੇ ਅਸੀਂ ਇਹ ਬਖਸ਼ਿਸ਼ ਲੈਣੀ ਆ, ਉੱਥੇ ਤਾਂ ਮਹਾਰਾਜ ਕਹਿੰਦੇ ਨਾ ਕੋ ਵੈਰੀ ਨਹੀਂ ਬੇਗਾਨਾ। ਉੱਥੇ ਨਾ ਕੋ ਵੈਰੀ ਹੈ ਤੇ ਨਾ ਕੋਈ ਬੇਗਾਨਾ ਹੈ। ਆਪਣੇ ਆਪਣੇ ਅੰਦਰ ਝਾਤੀਆਂ ਮਾਰੀਏ ਕਿ ਅਸੀਂ ਇਸ ਸਟੇਜ ਤੇ ਪਹੁੰਚ ਗਏ। ਜੇ ਅਸੀਂ ਇਸ ਸਟੇਜ ਤੇ ਪਹੁੰਚੇ ਹੀ ਨਹੀਂ ਆ, ਤੇ ਫਿਰ ਉਸ ਪਧਾਰ ਪਤੀ ਦਾ ਸੇਜਾ ਵਿੱਚ ਖੁਸ਼ੀਆਂ ਆਨੰਦ ਕਿਵੇਂ ਮਾਣਾਂਗੇ ਅਸੀਂ? ਫਿਰ ਉਸ ਪਿਆਰੇ ਦੀਆਂ ਖੁਸ਼ੀਆਂ ਸਾਨੂੰ ਕਿਵੇਂ ਮਿਲਣਗੀਆਂ? ਨਹੀਂ ਮਿਲ ਸਕਦੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ, ਸਾਹਿਬ ਜੀ ਕਹਿੰਦੇ ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸ਼ਿੰਗਾਰ, ਸੱਚ ਮਾਣੇ ਪਿਰ ਸੇਜੜੀ। ਪਿਰ ਪਤੀ, ਇਹ ਜੀਵ ਇਸਤਰੀ ਜਿਹੜੀ ਅੰਦਰ ਜਿੰਦ ਹੈ, ਇਹ ਪਿਆਰੇ ਦੀ ਸੇਜਾ ਨੂੰ ਮਾਣਦੀ ਹੈ, ਕਿਉਂਕਿ ਗੂੜਾ ਹੇਤ ਪਿਆਰ, ਇਹਦੇ ਅੰਦਰ ਗੁਰੂ ਨੇ ਗੂੜਾ ਪਿਆਰ ਪੈਦਾ ਕਰ ਦਿੱਤਾ, ਗੂੜੇ ਪਿਆਰ ਦਾ ਰੰਗ ਇਹਦੇ ਅੰਦਰ ਲਾ ਦਿੱਤਾ। ਇਹਦੇ ਅੰਦਰ ਨਾਮ ਦੀ ਰੰਗਤ ਇੰਨੀ ਗੂੜੀ ਕਰ ਦਿੱਤੀ ਹੈ ਵੀ ਇਹਨੂੰ ਉਹਦੇ ਤੋਂ ਸਿਵਾ ਕੁਛ ਵੀ ਨਹੀਂ ਦਿਸਦਾ। ਇਹ ਸੁਹਾਗਣ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ? ਨਾਨਕ ਪੁੱਛ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ। ਗੁਰੂ ਨਾਨਕ ਸਾਹਿਬ, ਸੁਹਾਗਣ ਕਾ ਕਿਆ ਚਿਹਨ ਹੈ? ਕੀ ਹੈ ਚਿਹਨ? ਭਾਵ ਉਹਦੇ ਚਿੰਨ੍ਹ ਕੀ ਹੈ, ਨਿਸ਼ਾਨੀ ਕੀ ਹੈ, ਉਹਦੇ ਲੱਛਣ ਕੀ ਨੇ?
ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਅੰਦਰ ਸੱਚ, ਉਹਦੇ ਅੰਦਰ ਸੱਚ ਹੁੰਦਾ ਹੈ। ਮੁਖ ਉਜਲਾ, ਉਹਦਾ ਮੁਖ ਉਜਲ ਹੁੰਦਾ ਹੈ। ਕਹਿਣ ਲੱਗੇ ਸੱਚੇ ਮਾਹੇ ਸਮਾਹੇ, ਉਹ ਸੱਚ ਖਸਮੇ ਮਾਹੇ ਸਮਾਏ, ਉਹ ਖਸਮ ਦੇ ਵਿੱਚ ਲੀਨ ਹੋਈ ਹੁੰਦੀ ਹੈ। ਜਿਹਨੂੰ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਕਹਿ ਲਈਏ, ਕਿਉਂਕਿ ਸੁਹਾਗਣ ਦਾ ਦੂਜਾ ਨਾਮ ਪਤਾ ਕੀ ਹੈ? ਸੁਹਾਗਣ ਦਾ ਦੂਜਾ ਨਾਮ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਨੂੰ ਸੁਹਾਗਣ ਕਹਿੰਦੇ ਆ। ਤੇ ਉਹਦੇ ਲੱਛਣ ਦੱਸੇ ਆ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ, ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਇਹ ਸਾਰੇ ਸੁਹਾਗਣ ਦੇ ਹੀ ਲੱਛਣ ਨੇ। ਇਹ ਗੁਰਮੁਖ ਦੀ ਅਵਸਥਾ ਵਿੱਚ ਸੁਹਾਗਣ ਦਾ ਅਰਥ ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਤੁਸੀਂ ਦੱਸੋ ਵੀ ਸੁਹਾਗਣ ਦਾ ਲੱਛਣ, ਕਹਿੰਦੇ ਜਿਹਦੇ ਅੰਦਰ ਸੱਚ ਹੋਵੇ, ਮੁਖ ਉਜਲਾ ਹੋਵੇ, ਤੇ ਜਿਹਦੀ ਸੁਰਤ ਖਸਮ ਦੇ ਵਿੱਚ ਲੀਨ ਹੋਈ ਹੋਵੇ, ਉਹਨੂੰ ਸੁਹਾਗਣ ਕਹਿੰਦੇ ਆ। ਤੇ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਸੱਚ ਮਾਣੇ ਫਿਰ ਸੇਜੜੀ, ਗੁਰੜਾ ਹੇਤ ਪਿਆਰ। ਉਹਦੇ ਅੰਦਰ ਪਰਮੇਸ਼ਵਰ ਦੇ ਪ੍ਰਤੀ ਗੂੜਾ ਪਿਆਰ ਹੁੰਦਾ ਹੈ। ਗੁਰਮੁਖ ਜਾਣ ਸਿਜਾਣੀਐ, ਗੁਰ ਮੇਲੀ ਗੁਣ ਚਾਰ। ਗੁਰਮੁਖ ਗੁਰੂ ਦੇ ਦੁਆਰਾ ਜਾਣ ਲਿਆ, ਸਿਜਾਣ ਲਿਆ, ਪਛਾਣ ਲਿਆ ਵੀ ਆ ਮੇਰਾ ਖਸਮ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸੁਹਾਗਣ ਨੂੰ ਸਮਝ ਆ ਗਈ ਵੀ ਆ ਮੇਰਾ ਖਸਮ ਹੈ, ਆ ਮੇਰੇ ਖਸਮ ਦੀ ਬਾਣੀ ਹੈ, ਇਹ ਮੇਰੇ ਖਸਮ ਦਾ ਨਾਮ ਬੋਲ ਨੇ। ਜਦੋਂ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੁਧਾਈ ਹੋ ਰਹੀ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਸੀ ਵੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਖਸਮ ਦੀ ਬਾਣੀ ਹੈ ਔਰ ਇਹਦੇ ਵਿੱਚ ਰਲਾ ਹੋਇਆ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਖਿਆ ਸੀ ਭਾਈ ਗੁਰਦਾਸ ਜੀ ਨੇ, ਕਹਿੰਦੇ ਉਹ ਸੁਹਾਗਣੀ ਕਾਦੀ ਜਿਹੜੀ ਆਪਣੇ ਪਤਾਰ, ਆਪਣੇ ਖਸਮ ਦੀ ਆਵਾਜ਼ ਹੀ ਨਾ ਪਛਾਣ ਸਕੇ। ਉਹ ਕਾਦੀ ਸੁਹਾਗਣ ਹੈ? ਜਿਹਨੂੰ ਆਪਣੇ ਪਤੀ ਦੀ ਆਵਾਜ਼ ਹੀ ਪਛਾਣ ਵਿੱਚ ਨਾ ਆਵੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਉਹਦੇ ਅੰਦਰ ਬੜਾ ਗੂੜਾ ਪਿਆਰ ਹੁੰਦਾ ਹੈ। ਉਹ ਗੁਰੂ ਦੇ ਰਾਹੀਂ ਜਾਣ ਸਿਜਾਣੀ ਹੈ। ਉਹਨੇ ਜਾਣ ਲਿਆ, ਸਿਜਾਣ ਲਿਆ ਵੀ ਆ ਮੇਰਾ ਖਸਮ ਹੈ, ਇਹ ਮੇਰਾ ਪਤੀ ਹੈ ਅਸਲ ਵਿੱਚ। ਗੁਰ ਮੇਲੀ, ਤੇ ਗੁਰੂ ਨੇ ਮੈਨੂੰ ਮੇਲਿਆ ਇਸ ਖਸਮ ਨਾਲ, ਕਿਉਂਕਿ ਗੁਰੂ ਹੀ ਮਿਲਾ ਸਕਦਾ, ਹੋਰ ਕੋਈ ਨਹੀਂ ਮਿਲਾ ਸਕਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਕਿਉਂਕਿ ਗੁਰੂ ਨੇ ਹੀ ਮਿਲਾਉਣਾ ਹੈ। ਅਸੀਂ ਜਿੰਨੇ ਮਰਜ਼ੀ ਅਧੂਰੀਆਂ ਥਾਵਾਂ ਤੇ ਭਟਕ ਲਈਏ, ਪਰ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾ ਪਤੀ ਪਿਆਰੇ ਦਾ ਮਿਲਾਪ ਨਹੀਂ ਜੇ ਹੋਣਾ, ਸੁਹਾਗਣ ਵਾਲਾ ਗੁਣ ਅੰਦਰ ਨਹੀਂ ਜੇ ਆਉਣਾ। ਇਸ ਲਈ ਸਾਹਿਬ ਜੀ ਕਹਿੰਦੇ ਗੁਰ ਮੇਲੀ, ਗੁਰੂ ਨੇ ਮਿਲਾਇਆ ਹੈ। ਗੁਰੂ ਨੇ ਇਹ ਮਿਲਾਪ ਵਾਸਤੇ ਗੁਣ ਚਾਰ, ਚਾਰ ਦੇ ਰਾਰੇ ਨੂੰ ਔਂਕੜ ਲੱਗ ਗਈ ਸੁੰਦਰ। ਕਹਿੰਦੇ ਸੁੰਦਰ ਗੁਣ, ਗੁਣ ਬਹੁਵਚਨ ਨੇ। ਕਹਿੰਦੇ ਜਿਹੜੇ ਸੁੰਦਰ ਗੁਣ ਮੇਰੇ ਗੁਰੂ ਨੇ ਦਿੱਤੇ ਨੇ ਨਾ, ਉਸ ਸ਼ੁਭ ਗੁਣਾਂ ਦੇ ਆਧਾਰ ਤੇ ਮੈਨੂੰ ਮੇਰਾ ਪਤਾਰ ਮਿਲ ਗਿਆ। ਅਵਗੁਣਾਂ ਦੇ ਨਾਲ ਪਤਾਰ ਪਤੀ ਪਰਮੇਸ਼ਵਰ ਨਹੀਂ ਜੇ ਮਿਲਣਾ। ਜੇ ਦੁਹਾਗਣ ਦੋ ਭਾਵਨਾਵਾਂ ਰੱਖ ਕੇ ਜਾਂ ਮਨਮੁਖ ਦੀ ਅਵਸਥਾ ਵਿੱਚ ਪਰਮੇਸ਼ਵਰ ਮਿਲਦਾ ਹੋਵੇ, ਤੇ ਮਹਾਰਾਜ ਕਹਿੰਦੇ ਫਿਰ ਸਾਨੂੰ ਗੁਰਮੁਖ ਬਣਨ ਦੀ ਕੀ ਲੋੜ ਹੈ? ਫਿਰ ਸਾਨੂੰ ਖੰਡੇ ਦੀ ਪਹੁਲ ਲੈਣ ਦੀ ਕੀ ਲੋੜ ਹੈ? ਜਾਂ ਆ ਗੁਰੂ ਚਰਨਾਂ ਵਿੱਚ ਜੁੜਨ ਦੀ ਕੀ ਲੋੜ ਹੈ? ਫਿਰ ਮਨਮੁਖ ਨੂੰ ਹੀ ਜੇ ਪਤਾਰ ਪਰਮੇਸ਼ਵਰ ਮਿਲ ਜਾਏ। ਮਨ ਹੱਠ ਕਿਨੇ ਨਾ ਪਾਇਓ, ਮਨ ਹੱਠ ਕਿਨੇ ਨਾ ਪਾਇਆ, ਸਭ ਥੱਕੇ ਕਰਮ ਕਮਾਏ। ਸਾਰੇ ਕਰਮ ਕਰਮਾ ਕਮਾ ਕੇ, ਧਰਮ ਦਾ ਕਰਮ ਸ਼ਿੰਗਾਰ ਕਰ ਕਰਕੇ ਥੱਕ ਗਏ, ਪਰ ਕਿਸੇ ਨੇ ਉਸ ਪਰਤਾਰ ਨੂੰ ਨਹੀਂ ਪਾਇਆ। ਕਿਵੇਂ ਪਾਉਣਾ? ਗੁਰੂ ਸਾਹਿਬ ਜੀ ਦੇ ਰਾਹੀਂ, ਗੁਰੂ ਸਾਹਿਬ ਜੀ ਦੇ ਦੁਆਰਾ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ।
ਦੂਸਰੇ ਪਦੇ ਵਿੱਚ ਸਾਹਿਬ ਜੀ ਨੇ ਸਮਝਾਇਆ, ਕਹਿੰਦੇ ਗੁਰਮੁਖ ਜਾਣ ਸਿਜਾਣੀਐ, ਗੁਰੂ ਦੇ ਰਾਹੀਂ ਜਾਣਿਆ, ਸਿਜਾਣਿਆ ਭਾਵ ਪਛਾਣਿਆ, ਤੇ ਗੁਰ ਮੇਲੀ, ਗੁਰ ਦੇ ਰਾਰੇ ਨੂੰ ਸਿਹਾਰੀ ਗੁਰ ਨੇ ਮੇਲੀ ਮੈਨੂੰ ਮਿਲਾ ਦਿੱਤਾ, ਗੁਣ ਚਾਰ ਸੁੰਦਰ ਗੁਣ ਦੇ ਕੇ। ਅਸੀਂ ਇੱਥੇ ਇਹੀ ਅਰਦਾਸ ਕਰਨੀ, ਉਹ ਨਿਤ ਕਰਨੀ ਹੈ। ਨਿਤ ਸਾਡੀ ਅਰਦਾਸ ਇਹੀ ਹੋਵੇ ਕਿ ਹਮ ਅਵਗਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ। ਕਿਵੇਂ ਮੇਲ ਹੋਏਗਾ ਪਰਮੇਸ਼ਵਰ ਨਾਲ? ਅਵਗਣਾ ਨਾਲ ਤੇ ਹੋਣਾ ਕੋਈ ਨਹੀਂ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਕਿਵੇਂ ਕੰਤ ਨਾਲ ਮੇਲ ਹੋਵੇ? ਅਵਗਣ ਹੀ ਅਵਗਣ ਭਰੇ ਪਏ ਨੇ, ਇੰਨੇ ਜ਼ਿਆਦਾ ਅਵਗਣ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ। ਮੇਰੇ ਵਿੱਚ ਕੋਈ ਰੂਪ ਰੰਗ, ਕੋਈ ਸੁੰਦਰ ਗੁਣ ਹੈ ਹੀ ਨਹੀਂ ਜਿਹਦੇ ਸਦਕੇ ਮੈਂ ਕਹਾਂ ਵੀ ਪਿਆਰੇ ਜੀ ਮੈਨੂੰ ਆਪਣੇ ਚਰਨਾਂ ਨਾਲ ਮਿਲਾ ਲਓ। ਅਵਗਣ ਹੀ ਅਵਗਣ ਭਰੇ ਪਏ ਆ। ਸਤਿਗੁਰੂ ਜੀ ਦੇ ਦਰ ਤੇ ਫਿਰ ਅਰਦਾਸ ਇਸੇ ਲਈ ਆਪਾਂ ਆਏ ਆ ਕਿ ਸਾਨੂੰ ਕਿਤੇ ਦੁਹਾਗਣ ਵਿੱਚੋਂ ਨਿਕਲ ਕੇ ਸੁਹਾਗਣ ਦਾ ਰੂਪ ਮਿਲ ਜਾਏ। ਅਸੀਂ ਦੋ ਰਾਹ ਛੱਡ ਕੇ ਇੱਕ ਰਾਹ ਤੁਰ ਪਈਏ, ਉਸ ਰਾਹ ਜਿਸ ਰਾਹ ਤੇ ਤੁਰਿਆ ਸਾਨੂੰ ਪਰਮੇਸ਼ਵਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਗੁਰੂ ਨੇ ਜਿਨ੍ਹਾਂ ਨੂੰ ਸੁੰਦਰ ਗੁਣ ਦਿੱਤੇ, ਸ਼ੁਭ ਗੁਣ ਦਿੱਤੇ, ਉਸ ਸ਼ੁਭ ਗੁਣਾਂ ਦੇ ਆਧਾਰ ਤੇ ਗੁਰੂ ਰਾਹੀਂ ਪਰਮੇਸ਼ਵਰ ਨੂੰ ਜਾਣਿਆ ਪਛਾਣਿਆ, ਤੇ ਉਹਦੀ ਜਿਹੜੀ ਆ ਅਵਸਥਾ ਦਾ, ਸੇਜ ਦਾ ਆਨੰਦ ਫਿਰ ਸੁਹਾਗਣ ਮਾਣਦੀ ਹੈ। ਸੱਚ ਮਿਲਹੁ ਵਰ ਕਾਮਣੀ, ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਹਰ ਵਰ ਘਰ ਸੁਹਾਗਣੀ, ਨਿਰਮਲ ਸਚ ਨਾਏ। ਤੀਸਰੇ ਪਦੇ ਵਿੱਚ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਰਹਿਮਤ ਵਰਤਾਉਂਦੇ ਨੇ। ਸਾਹਿਬ ਜੀ ਕਹਿੰਦੇ, ਹੇ ਕਾਮਣੀ ਜੀਵ ਇਸਤਰੀ, ਵੀ ਤੇਰਾ ਇੱਕੋ ਹੀ ਵਰ ਹੈ ਪਰਮੇਸ਼ਵਰ, ਇੱਕੋ ਹੀ ਤੇਰਾ ਖਸਮ ਹੈ ਪਰਮੇਸ਼ਵਰ। ਸੱਚ ਮਿਲੋ, ਸੱਚ ਭਾਵ ਸੱਚੇ ਨਾਮ ਦੇ ਰਾਹੀਂ ਆਪਣੇ ਵਰ ਨੂੰ ਮਿਲ, ਕਿਉਂਕਿ ਹੇ ਜੀਵ ਇਸਤਰੀਏ ਤੇਰਾ ਇੱਕੋ ਹੀ ਵਰ ਹੈ। ਤੇ ਜਿੱਦਣ ਗੁਰੂ ਸਾਹਿਬ ਜੀ ਨੇ ਆ ਸੱਚੀ ਬਾਣੀ ਦਾ ਹੋਕਾ ਦਿੱਤਾ ਸੀ ਤੇ ਮਹਾਰਾਜ ਨੇ ਇਹੀ ਆਖਿਆ ਸੀ ਵੀ ਇਹ ਨਾਮ ਜਿਹੜਾ ਇਹ ਉਸ ਮਾਲਕ ਦਾ, ਖਸਮ ਦਾ ਹੈ ਜਿਹਦੀ ਆ ਜੀਵ ਇਸਤਰੀ ਹੈ। ਇਸ ਜੀਵ ਇਸਤਰੀ ਨੂੰ ਖਸਮ ਦਾ ਹੀ ਨਾਮ ਸੁਣਾਇਆ ਗਿਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਗਿਆਨ ਕਰੀ ਵੇ ਲਾਲੋ। ਕਹਿਣ ਲੱਗੇ ਮੈਂ ਉਹੀ ਗਿਆਨ ਦੁਨੀਆ 'ਚ ਵੰਡਣ ਆਇਆ ਤਾਂ ਕਿ ਜੀਵ ਇਸਤਰੀ ਨੂੰ ਪਤਾ ਲੱਗ ਜਾਏ ਮੈਂ ਉਹ ਵਰ ਜਿਹੜਾ ਮੇਰਾ ਉਹ ਪਰਮੇਸ਼ਵਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਪਰ ਨਾ ਸਮਝ ਹੋਣ ਕਰਕੇ ਅਸੀਂ ਭਟਕ ਗਏ। ਅਧੂਰਿਆਂ ਨੇ ਆਪਣੇ ਜਾਲ ਵਿਛਾ ਦਿੱਤੇ, ਐਸੇ ਜਾਲ ਵਿਛਾਏ ਕਿ ਅਸੀਂ ਅਧੂਰਿਆਂ ਦੇ ਜੰਜਾਲ ਵਿੱਚ ਫਸ ਕੇ ਆਪਣਾ ਸ਼ਿੰਗਾਰ ਕਰਦੇ ਰਹੇ। ਪਰ ਮਹਾਰਾਜ ਕਹਿੰਦੇ ਸਾਰਾ ਜੋਬਨ ਹੀ ਬੇਅਰਥ ਚਲਾ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਹੋਕਾ ਇਸੇ ਲਈ ਦਿੱਤਾ ਸੀ। ਬਾਬਾ ਵਸੇ ਗ੍ਰਾਮ ਬਕਾਲੇ, ਤੇ ਅੱਗੇ ਫਿਰ 22 ਜਿਹੜੇ ਉਹ ਬਣ ਕੇ ਬੈਠੇ ਹੋਏ ਸਨ, ਉਹ ਅਧੂਰੇ ਹੀ ਸਨ। ਤੇ ਉਹਨਾਂ ਨੇ ਐਸਾ ਆਪਣਾ ਜਾਲ ਵਿਛਾ ਦਿੱਤਾ ਕਿ ਜਿਹੜਾ ਵੀ ਆਵੇ ਸਾਡੇ ਕੋਲ ਆਵੇ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੇਲੇ ਪ੍ਰਿਥੀ ਚੰਦ ਨੇ ਜਾਲ ਵਿਛਾ ਦਿੱਤਾ, ਤੇ ਜਿਨ੍ਹਾਂ ਨੂੰ ਨਹੀਂ ਸਮਝ ਸੀ ਉਹ ਉਹਦੇ ਜਾਲ ਵਿੱਚ ਫਸ ਗਏ। ਭਾਈ ਗੁਰਦਾਸ ਜੀ ਨੇ ਦੱਸਿਆ ਵੀ ਤੁਹਾਡਾ ਅਸਲ ਦੇ ਵਿੱਚ ਜਿਹਦੇ ਨਾਲ ਤੁਸੀਂ ਜੁੜਨਾ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ, ਪ੍ਰਿਥੀ ਚੰਦ ਨਹੀਂ। ਇਸੇ ਤਰ੍ਹਾਂ ਮੱਖਣ ਸ਼ਾਹ ਲੁਬਾਣਾ ਆਉਂਦਾ ਹੈ, ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੱਕ ਪਹੁੰਚ ਕਰਦਾ ਹੈ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚ ਕਰਦਾ ਹੈ ਤੇ ਜਿਹੜੇ ਅਧੂਰਿਆਂ ਦੇ ਜਾਲ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਕੀ ਆਖਿਆ? ਉਹਨਾਂ ਨੂੰ ਆਖਿਆ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਆ ਹੈ ਅਸਲ ਵਿੱਚ ਜਿਹਨੇ ਤੁਹਾਨੂੰ ਖਸਮ ਨਾਲ ਮਿਲਾਉਣਾ ਹੈ, ਜਿਹਨੇ ਤੁਹਾਡੇ ਜਨਮਾਂ ਜਨਮਾਂ ਦੇ ਵਿਛੋੜੇ ਨੂੰ ਮੁਕਾਉਣਾ, ਜਿਹਨੇ ਤੁਹਾਨੂੰ ਦੁਹਾਗਣ ਤੋਂ ਸੁਹਾਗਣ, ਮਨਮੁਖ ਤੋਂ ਗੁਰਮੁਖ, ਕੁਚੱਜੀ ਤੋਂ ਸੁਚੱਜੀ ਬਣਾਉਣਾ ਹੈ।
ਗੁਰੂ ਲਾਦੋ ਰੇ, ਆ ਹੈ ਗੁਰੂ ਤੇਗ ਬਹਾਦਰ ਸਾਹਿਬ। ਅਸੀਂ ਵੀ ਹੋਕਾ ਦਿਆ ਕਰੀਏ ਕਿ ਜਿਹੜੇ ਆ ਅਧੂਰੀਆਂ ਤੇ ਪਾਖੰਡੀਆਂ ਦੇ ਰਾਹਾਂ ਤੇ ਚੱਲਣ ਵਾਲੇ ਨੇ, ਇਹਨਾਂ ਨੂੰ ਹੋਕਾ ਦਿਓ ਕਿ ਆਗਿਆ ਭਈ ਅਕਾਲ ਕੀ ਤਵਹਿ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਹੈ ਖੋਜ, ਸ਼ਬਦ ਮੈਲੇ। ਅਸੀਂ ਵੀ ਹੋਕਾ ਦਈਏ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆ ਗੁਰੂ ਹੈ ਜਿਨੇ ਸਾਨੂੰ ਸਮਝਾਉਣਾ ਕਿ ਇਹ ਜੀਵ ਇਸਤਰੀਏ, ਤੇਰਾ ਵਰ ਇੱਕੋ ਹੀ ਹੈ, ਪਰਮੇਸ਼ਵਰ ਪਰਮਾਤਮਾ। ਤੂੰ ਉਸ ਸੱਚ ਵਿੱਚ ਆ ਕੇ ਮਿਲ, ਸੱਚ ਵਿੱਚ ਆ ਕੇ ਲੀਨ ਹੋ। ਤੂੰ ਉਸ ਵਰ ਦੀ ਕਾਮਣੀ ਹੈ, ਤੇ ਜਿਸ ਦਿਨ ਤੂੰ ਸੱਚ ਭਾਵ ਪਰਮੇਸ਼ਵਰ ਦੇ ਨਾਮ ਦੇ ਰੰਗ ਵਿੱਚ ਰੰਗੇਂਗੀ, ਪਿਰ ਮੋਹੀ, ਪਿਰ ਨੇ ਤੈਨੂੰ ਮੋਹ ਲੈਣਾ ਹੈ, ਭਾਵ ਆਪਣੇ ਨਾਲ ਮਿਲਾ ਲੈਣਾ ਹੈ। ਰੰਗ ਲਾਏ ਪ੍ਰੇਮ ਦਾ ਰੰਗ ਲਾ ਕੇ, ਪ੍ਰੇਮ ਦਾ ਰੰਗ ਲਾ ਕੇ ਤੈਨੂੰ ਉਹਨੇ ਪਿਰ ਨੇ, ਕਿਉਂਕਿ ਪਿਰ ਦੇ ਰਾਰੇ ਨੂੰ ਸਿਹਾਰੀ ਹੈ, ਪਿਰ ਨੇ ਪਤੀ ਪਰਮੇਸ਼ਵਰ ਨੇ, ਕਹਿੰਦੇ ਤੈਨੂੰ ਮੋਹ ਲੈਣਾ। ਫਿਰ ਇਹ ਤ੍ਰੈ ਗੁਣੀ ਮਾਇਆ ਦਾ ਮੋਹ ਜਿਹੜਾ ਨਾ, ਇਹ ਤੈਨੂੰ ਆਪਣੇ ਵੱਲ ਨਹੀਂ ਖਿੱਚ ਸਕਦਾ, ਕਿਉਂਕਿ ਪਿਆਰੇ ਨੇ ਰੰਗ ਲਾ ਕੇ ਨਾਮ ਦਾ ਪ੍ਰੇਮ ਦਾ ਤੈਨੂੰ ਆਪਣੇ ਨਾਲ ਮਿਲਾ ਲੈਣਾ ਹੈ। ਇਸ ਲਈ ਤਨ ਮਨ ਤਨ ਸਾਚ ਵਿਗਸਿਆ, ਜਿਨ੍ਹਾਂ ਅੰਦਰ ਨਾਮ ਦਾ ਰੰਗ ਲੱਗ ਗਿਆ, ਜਿਹੜੇ ਪਿਆਰੇ ਦੇ ਰੰਗ ਵਿੱਚ ਜੀਵ ਇਸਤਰੀਆਂ ਪਿਆਰੇ ਦੇ ਚਰਨਾਂ ਵਿੱਚ ਮੋਹਿਤ ਹੋ ਗਈਆਂ, ਲੀਨ ਹੋ ਗਈਆਂ। ਮਨ ਤਨ ਸਾਚ ਵਿਗਸਿਆ, ਸੱਚ ਵਿੱਚ ਜੁੜਨ ਕਰਕੇ, ਸੱਚੇ ਨਾਮ ਦਾ ਅਭਿਆਸ ਕਰਨ ਕਰਕੇ ਉਹਨਾਂ ਦੇ ਤਨ ਤੇ ਮਨ ਵਿੱਚ ਖੇੜਾ ਆ ਗਿਆ, ਖਿੜ ਗਿਆ ਉਹਨਾਂ ਦਾ। ਸਾਹਿਬ ਕਹਿੰਦੇ ਹਰਿ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਜੇ ਤੂੰ ਤਨ ਮਨ ਕਰਕੇ ਖੇੜਾ ਖੁਸ਼ੀ ਆਨੰਦ ਚਾਹੁੰਦਾ ਹੈ ਤੇ ਸੱਚੇ ਦੇ ਨਾਮ ਦਾ ਸਿਮਰਨ ਕਰ। ਮਨ ਤਨ ਸਾਚ ਵਿਗਸਿਆ, ਜਦੋਂ ਮਨ ਤੇ ਤਨ ਜਿਹੜਾ ਸੀ ਸੱਚ ਵਿੱਚ ਲੀਨ ਹੋ ਕੇ ਖਿੜ ਗਿਆ, ਅੰਦਰ ਖੁਸ਼ੀ ਆ ਗਈ, ਕੀਮਤ ਕਹਿਣ ਨਾ ਜਾਏ। ਹੁਣ ਇਹਦੀ ਕੋਈ ਕੀਮਤ ਨਹੀਂ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਜਿਹੜੀ ਅਸਲ ਖੁਸ਼ੀਆਂ ਨੇ ਨਾ ਅੰਦਰ ਦੀਆਂ, ਇਹ ਮੁੱਲ ਦੇ ਕੇ ਨਹੀਂ ਜੇ ਖਰੀਦੀਆਂ ਜਾਣੀਆਂ। ਬਾਹਰ ਦੀਆਂ ਖੁਸ਼ੀਆਂ ਜਿਹੜੀਆਂ ਸਰੀਰਕ ਤਲ ਤੇ ਜੁੜੀਆਂ ਹੋਈਆਂ, ਆ ਸਰੀਰਕ ਤਲ ਤੇ ਜਿਹੜੇ ਸੁੱਖ ਖੁਸ਼ੀਆਂ ਨੇ, ਇਹ ਮਾਇਆ ਦੇ ਕੇ ਖਰੀਦ ਸਕਦੇ ਆ। ਇਹਦੀ ਕੀਮਤ ਵੀ ਹੈ, ਇਹਦਾ ਮੁੱਲ ਵੀ ਹੈ, ਪਰ ਜਿਹੜਾ ਮਾਨਸਿਕ ਮੰਡਲ ਵਿੱਚ ਖੁਸ਼ੀਆਂ, ਆਤਮਿਕ ਮੰਡਲ ਵਿੱਚ ਖੁਸ਼ੀਆਂ ਚਾਹੀਦੀਆਂ, ਉਹਦੀ ਕੋਈ ਕੀਮਤ ਨਹੀਂ ਹੈ, ਉਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਨਾ ਹੀ ਉਹਦਾ ਮੁੱਲ ਲਿਆ ਜਾ ਸਕਦਾ ਹੈ ਤੇ ਨਾ ਦਿੱਤਾ ਜਾ ਸਕਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਕੀਮਤ ਕਹਿਣ ਨਾ ਜਾਏ। ਹਰ ਵਰ ਘਰ ਸੁਹਾਗਣੀ, ਨਿਰਮਲ ਸੱਚ ਹੈ ਨਾਏ। ਜਿਹੜੇ ਸੱਚ ਦੇ ਨਾਮ ਦੇ ਵਿੱਚ ਲੀਨ ਹੋ ਕੇ ਪਵਿੱਤਰ ਹੋ ਗਏ, ਅੰਦਰੋਂ ਵਿਕਾਰਾਂ ਦੀ ਮਲ ਨੂੰ ਧੋ ਦਿੱਤਾ ਹੈ। ਹਰ ਵਰ ਕਹਿਣ ਲੱਗੇ ਜਿਹੜਾ ਹਰੀ ਰੂਪੀ ਵਰ ਸੀ, ਘਰ ਦੇ ਰਾਰੇ ਨੂੰ ਸਿਹਾਰੀ ਘਰ ਵਿੱਚ, ਉਹ ਫਿਰ ਆ ਹਿਰਦੇ ਰੂਪੀ, ਹਿਰਦੇ ਵਿੱਚ ਹੀ ਹੈ ਨਾ ਜੀਵ ਇਸਤਰੀ। ਬੜੀ ਵਾਰ ਜ਼ਿਕਰ ਕੀਤਾ ਕਿ ਮਨ ਜਿਹੜਾ ਉਹ ਦਿਮਾਗ ਵਿੱਚ ਹੈ ਤੇ ਜੀਵ ਇਸਤਰੀ ਜਿੰਦ ਹਿਰਦੇ ਵਿੱਚ ਬੈਠੀ ਹੈ। ਤੇ ਜਦੋਂ ਹਿਰਦੇ ਦੀ ਸੇਜਾ ਉਤੇ ਹਰ ਵਰ ਹਰੀ ਰੂਪੀ ਵਰ ਆ ਗਿਆ, ਕਹਿੰਦੇ ਨੇ ਅੰਦਰ ਫਿਰ ਪਵਿੱਤਰਤਾ ਬਣ ਗਈ। ਸੱਚੇ ਨਾਮ ਦੇ ਰਾਹੀਂ ਜਿਹਦੇ ਅੰਦਰ ਪਵਿੱਤਰਤਾ ਬਣੀ, ਉਹਦੇ ਹਿਰਦੇ ਰੂਪੀ ਘਰ ਵਿੱਚ ਸੋਹਣਾ ਵਰ ਆਇਆ, ਪਰਮੇਸ਼ਵਰ ਆ ਗਿਆ। ਤੇ ਜਿਹੜਾ ਆਇਆ ਸੁਹਾਗਣੀ, ਉਹ ਸ਼ੁਭ ਗੁਣਾਂ ਵਾਲੀ ਫਿਰ ਅਸਲ ਵਿੱਚ ਸੁਹਾਗਣੀ ਬਣ ਗਈ। ਉਹਨੂੰ ਕਹਿੰਦੇ ਆ ਇਹ ਗੁਰਮੁਖ ਬਣ ਕੇ ਆਪਣਾ ਜਨਮ ਇਹਨੇ ਸਵਾਰ ਲਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਇਸ 8 ਪਦੀਆਂ ਵਾਲੇ ਪਾਵਨ ਸ਼ਬਦ ਵਿੱਚ ਜੋ ਸਮਝਾਉਣ ਦਾ ਯਤਨ ਕਰ ਰਹੇ ਨੇ, ਸਾਨੂੰ ਕੁਚੱਜੀ ਤੋਂ ਸਚੱਜੀ ਬਣਾਉਣ ਦੀ ਜਿਹੜੀ ਕੋਸ਼ਿਸ਼ ਗੁਰੂ ਸਾਹਿਬ ਕਰ ਰਹੇ ਆ, ਅਸੀਂ ਗੁਰੂ ਸਾਹਿਬ ਦੀ ਮੱਤ ਨਾਲ ਇਹ ਰੰਗਤ ਆਪਣੇ ਅੰਦਰ ਨਾਮ ਦੀ ਲਿਆਈਏ ਤਾਂ ਕਿ ਸਾਡਾ ਜੀਵਨ ਵੀ ਸਫਲ ਹੋ ਸਕੇ। ਤੇ ਜਦੋਂ ਸੁਹਾਗਣ ਤੇ ਦੁਹਾਗਣ ਦੀ ਗੱਲ ਚੱਲਦੀ ਹੈ ਨਾ, ਉਦੋਂ ਫਿਰ ਇੱਥੇ ਅਸੀਂ ਕਿੱਥੇ ਖਲੋਤੇ ਆ? ਅਸੀਂ ਇੱਥੇ ਖਲੋਤੇ ਹੋਏ ਆ ਕਿ ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ
ਰਾਤ ਮੁਰਾਰੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਕਦ ਕਰਮਹੀਣ ਤਨ ਕਰ ਬਿਨੰਤੀ, ਕਰਮਹੀਣ ਤਨ ਕਰ ਬਿਨੰਤੀ। ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣ ਰਲੀਆਂ, ਸਭ ਸੁਹਾਗਣ ਮਾਣ ਰਲੀਆਂ। ਇਕ ਦੇਵਹੁ ਰਾਤ ਮੁਰਾਰੀ, ਇਕ ਦੇਵਹੁ ਰਾਤ ਮੁਰਾਰੀ। ਇਕ ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੁੜ ਕੇ ਅਰਦਾਸ ਕਰੀਏ ਕਿ ਅਸੀਂ ਕਦੋਂ ਸੁਹਾਗਣ ਬਣਨਾ, ਅਸੀਂ ਕਦੋਂ ਗੁਰਮੁਖ ਬਣਨਾ, ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਕਦੋਂ ਲੇਖੇ ਲਾਵਾਂਗੇ। ਸਾਡੇ ਤੇ ਤਰਸ, ਕਿਰਪਾ, ਰਹਿਮਤ ਕਰੋ ਤਾਂ ਕਿ ਸਾਡਾ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣ। ਅੱਜ ਦੇ ਪਾਵਨ ਸ਼ਬਦ ਵਿੱਚੋਂ ਇਹ ਪਾਵਨ ਪੰਕਤੀਆਂ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਸੱਚ ਮਿਲਹੁ ਵਰ ਕਾਮਣੀ, ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਹਰ ਵਰ ਘਰ ਸੁਹਾਗਣੀ, ਨਿਰਮਲ ਸਚ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।